ਸਾਹਿਬ ਜੀ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੀ ਮਹਿਲਾ ਪੰਜਵਾਂ। ਹਮ ਤਨਵੰਤ ਭਾਗਠ ਸਚ ਨਾਏ, ਹਾਰ ਗੁਣ ਗਾਵੇ ਸਹਿਜ ਸੁਭਾਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏਮਾਨ ਆਦਰ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰੂ ਜੀ ਦੀਆਂ ਬੈਠ ਕੇ ਗੱਲਾਂ ਬਾਤਾਂ ਕਰਨ ਦਾ ਅਸੀਂ ਸਾਰੇ ਹੀ ਅੱਜ ਇਸ ਸਮੇਂ ਵਿੱਚ ਸੁਭਾਗ ਪ੍ਰਾਪਤ ਕਰ ਰਹੇ ਹਾਂ। ਜਿਹੜਾ ਸ਼ਬਦ ਮੈਂ ਆਪ ਜੀ ਦੇ ਸਾਹਮਣੇ ਪੜ੍ਹਿਆ ਹੈ, ਅੱਜ ਸਿਰਫ ਅਸੀਂ ਇਸ ਦੇ ਰਹਾਉ ਵਾਲੇ ਬੰਦ ਤੇ ਵਿਚਾਰ ਕਰਨੀ ਹੈ। ਇਹ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਰਾਗ ਗੌੜੀ ਦੇ ਅੰਦਰ ਸੁਭਾਏਮਾਨ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਕੁੱਲ 31 ਰਾਗ ਨੇ, ਤੇ 31 ਰਾਗਾਂ ਦੇ ਵਿੱਚੋਂ ਗੌੜੀ ਰਾਗ ਜਿਹੜਾ ਹੈ ਤੀਜਾ ਨੰਬਰ ਰਾਗ ਹੈ। ਪਹਿਲਾ ਸ੍ਰੀ ਰਾਗ, ਫਿਰ ਮਾਝ ਤੇ ਫਿਰ ਗੌੜੀ। ਤੇ ਇਸ ਗੌੜੀ ਰਾਗ ਦੇ ਵਿੱਚ ਗੁਰੂ ਸਾਹਿਬ ਨੇ ਕੁਝ ਕਿਸਮਾਂ ਵਰਤੀਆਂ ਨੇ, ਜਿਵੇਂ ਜਿਹੜੇ ਸਹਿਜ ਪਾਠ ਕਰਦੇ ਨੇ, ਜਿਹੜੇ ਪਾਠ ਨੂੰ ਲਗਾਤਾਰ ਪੜ੍ਹਦੇ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਕਿਸਮਾਂ ਵਰਤੀਆਂ ਨੇ, ਜਿਵੇਂ ਗੌੜੀ ਦੀਪਕੀ ਹੋਇਆ, ਗੌੜੀ ਗੁਆਰਰੀ। ਇਸ ਤੋਂ ਬਾਅਦ ਕੁਝ ਮਿਸ਼ਰਤ ਰਾਗ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵਰਤੇ ਨੇ। ਅੱਜ ਦਾ ਜਿਹੜਾ ਸ਼ਬਦ ਹੈ, ਇਸ ਸ਼ਬਦ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜੀ ਕੀਮਤੀ ਤੇ ਬੜੀ ਪਿਆਰੀ ਗੱਲ ਸਾਨੂੰ ਸਮਝਾਉਂਦੇ ਨੇ। ਸਤਿਗੁਰੂ ਨੇ ਕੁਝ ਇਸ ਸ਼ਬਦ ਵਿੱਚ ਏਦਾਂ ਦੇ ਬਿਰਤਾਂਤ ਵਰਤੇ
कुछ इदां दीयां गल्लां बातां इस शब्द दे विच सानूं समझाइयां जिन्हां दे राहीं असीं गुरु ग्रंथ साहिब महाराज जी दी बाणी नूं जानना सी, समझना सी, इस बाणी दे विच अपनी सुरत नूं जोड़ना सी। पर माफ करना, ਅੱਜ तक ਸਾਡੇ सिख समाज ਦੇ एक बहुत ਵੱਡੇ ਹਿੱਸੇ ਨੇ ਬਾਣੀ ਨੂੰ ਕੇਵਲ ਗਾਉਣ ਤੱਕ ਰੱਖਿਆ, ਵਿਚਾਰਨ ਤੱਕ ਨਹੀਂ। ਅੱਜ ਤੋਂ ਤੁਸੀਂ ਕੁਝ ਸਮਾਂ ਪਹਿਲਾਂ ਥੋੜੀ ਜਿਹੀ ਪਿੱਛੇ ਝਾਤੀ ਮਾਰਿਓ, ਲੋਕ ਇੱਥੋਂ ਤੱਕ ਕਹਿੰਦੇ ਹੁੰਦੇ ਸਨ ਬਾਣੀ ਸਾਡੀ ਸਮਝ ਦਾ ਵਿਸ਼ਾ ਨਹੀਂ ਹੈ, ਜਾਂ ਜੇ ਅਸੀਂ ਬਾਣੀ ਪੜ੍ਹ ਲਈ ਤੇ ਜੇ ਬਾਣੀ ਗਲਤ ਪੜ੍ਹੀ ਗਈ ਤੇ ਸ਼ਾਇਦ ਸਾਨੂੰ ਪਾਪ ਲੱਗੂ। ਲੋਕਾਂ ਦੀ ਸੁਰਤ ਵਿੱਚ ਉਹ ਗੱਲਾਂ ਲਗਾਤਾਰ ਘਰ ਕਰਕੇ ਬੈਠੀਆਂ ਸਨ ਕਿ ਜੇ ਬਾਣੀ ਮਾੜੀ ਮੋਟੀ ਵੀ ਉੱਚੀ ਨੀਵੀਂ ਪੜ੍ਹੀ ਗਈ, ਬਾਣੀ ਦਾ ਕੋਈ ਸ਼ਬਦ ਇੱਧਰ ਉੱਧਰ ਚਲਾ ਗਿਆ ਤੇ ਸਾਨੂੰ ਪਾਪ ਲੱਗੂ। ਤੇ ਬਹੁਤ ਵੱਡਾ ਹਿੱਸਾ ਸਾਡੇ ਸਿੱਖ ਸਮਾਜ ਦਾ ਇਸ ਬਾਣੀ ਦੇ ਨਾਲੋਂ ਟੁੱਟ ਗਿਆ। ਵੈਸੇ ਇਹ ਗੱਲਾਂ ਸਿੱਖਾਂ ਦੀਆਂ ਨਹੀਂ ਸਨ, ਇਹ ਗੱਲਾਂ ਬ੍ਰਾਹਮਣ ਕਰਦਾ ਸੀ। ਉਹ ਕਹਿੰਦਾ ਸੀ ਵੇਦ ਪੜ੍ਹਨਾ ਤੁਹਾਡਾ ਕੰਮ ਨਹੀਂ ਹੈ, ਵੇਦ ਪੜ੍ਹਨਾ ਤੁਹਾਡਾ ਕੰਮ ਨਹੀਂ, ਵੇਦ ਪੜ੍ਹਨਾ ਸਾਡਾ ਕੰਮ ਹੈ। ਸਾਡਾ ਜਨਮ ਸਿੱਧ ਅਧਿਕਾਰ ਹੈ ਕਿ ਅਸੀਂ ਵੇਦਾਂ ਨੂੰ ਪੜ੍ਹ ਸਕੀਏ, ਤੁਸੀਂ ਵੇਦ ਨਹੀਂ ਪੜ੍ਹ ਸਕਦੇ। ਉਹਨੇ ਸਮਾਜ ਨੂੰ 4 ਹਿੱਸਿਆਂ ਵਿੱਚ ਵੰਡਿਆ ਸੀ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਸਭ ਤੋਂ ਅਖੀਰ ਤੇ ਉਹਨੇ ਸ਼ੂਦਰ ਨੂੰ ਰੱਖਿਆ ਸੀ ਤੇ ਉਹਦੀ ਜ਼ਿੰਮੇਵਾਰੀ ਇਹ ਲਾਈ ਸੀ ਵੀ ਉੱਪਰਲੀਆਂ 3 ਜਾਤਾਂ ਦੀ ਤੋਂ ਸੇਵਾ ਕਰਨੀ ਹੈ। ਹੁਣ ਤੁਸੀਂ ਵੇਖ ਲਓ ਅੱਜ ਵੀ ਪੰਜਾਬ ਤੋਂ ਬਾਹਰ ਤੁਸੀਂ ਜਾ ਕੇ ਝਾਤੀ ਮਾਰੋ, ਬੜੇ ਐਸੇ ਲੋਕ ਤੁਹਾਨੂੰ ਮਿਲ ਜਾਂਦੇ ਨੇ ਜਿਹੜੇ ਵਿਚਾਰੇ ਲੋਕ ਅੱਜ ਵੀ ਯੋਗਤਾ ਹੁੰਦੇ ਹੋਏ ਵੀ ਨੀਵਾਂ ਕੰਮ ਤੇ ਘਟੀਆ ਕੰਮ ਕਰਨ ਵਾਸਤੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ। ਤੇ ਬ੍ਰਾਹਮਣ ਆਪ ਕੀ ਕਰਦਾ ਸੀ, ਕਹਿੰਦਾ ਆਪਾਂ ਤੇ ਵਿਦਿਆ ਪੜ੍ਹਨੀ ਹੈ ਤੇ ਵਿਦਿਆ ਪੜ੍ਹਾਉਣੀ ਹੈ। ਵਿਦਿਆ ਪੜ੍ਹਨ ਤੇ ਪੜ੍ਹਾਉਣ ਦਾ ਅਧਿਕਾਰ ਕੇਵਲ ਬ੍ਰਾਹਮਣ ਕੋਲ ਸੀ। ਇੱਥੋਂ ਤੱਕ ਅੱਜ ਵੀ ਇਸ ਦੇਸ਼ ਦੇ ਵਿੱਚ ਜੇਕਰ ਸ਼ੂਦਰ ਦੇ ਕੰਨਾਂ ਵਿੱਚ ਗਾਇਤਰੀ ਦਾ ਮੰਤਰ ਪੈ ਜਾਵੇ ਤੇ ਬ੍ਰਾਹਮਣ ਵੱਲੋਂ ਮਨੂ ਸਿਮਰਤੀ ਵਿੱਚ ਇਸ ਗੱਲ ਨੂੰ ਦਰਜ ਕੀਤਾ ਗਿਆ ਕਿ ਉਹਦੇ ਕੰਨ 'ਚ ਸਿੱਕਾ ਪਿਘਲਾ ਕੇ ਪਾ ਦਿੱਤਾ ਜਾਵੇ ਕਿ ਅੱਗੇ ਤੋਂ ਉਹ ਮਨੂ ਸਿਮਰਤੀ ਦੇ ਪਾਠ ਨੂੰ ਜਾਂ ਕਿਸੇ ਗ੍ਰੰਥ ਦੇ ਪਾਠ ਨੂੰ ਸੁਣ ਨਾ ਸਕੇ। ਇੱਥੋਂ ਤੱਕ ਲੋਕਾਂ ਦੀ ਮਾਨਸਿਕਤਾ ਨੂੰ ਬ੍ਰਾਹਮਣ ਨੇ ਕੰਗਾਲ ਬਣਾ ਕੇ ਰੱਖਿਆ ਸੀ। ਇਹ ਵਡਿਆਈ ਸਾਡੇ ਗੁਰੂ ਜੀ ਦੀ ਹੈ। ਬ੍ਰਾਹਮਣ ਕਹਿੰਦਾ ਸੀ ਜਿਹੜਾ ਬੰਦਾ ਆਪਣੀ ਜ਼ੁਬਾਨ ਤੋਂ ਗਾਇਤਰੀ ਮੰਤਰ ਦਾ ਪਾਠ ਕਰਦਾ ਹੈ, ਵੇਦਾਂ ਦਾ ਪਾਠ ਕਰਦਾ ਹੈ, ਉਹਦੀ ਜ਼ੁਬਾਨ ਵੱਢ ਦਿੱਤੀ ਜਾਏ, ਅੱਗੇ ਤੋਂ ਪਾਠ ਨਾ ਕਰ ਸਕੇ, ਉਹਦੇ ਪਾਬੰਦੀਆਂ ਲਾ ਦਿੱਤੀਆਂ ਜਾਣ। ਪਰ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਦੁਨੀਆ ਦੇ ਵਿੱਚ ਆਏ ਤੇ ਉਹਨਾਂ ਨੇ ਆਪਣੀ ਮੁਬਾਰਕ ਬਾਣੀ ਰਾਹੀਂ ਇਹ ਉਪਦੇਸ਼ ਦਿੱਤੇ, ਨਹੀਂ ਜ਼ੁਬਾਨ ਉਹ ਵੱਢ ਦਿੱਤੀ ਜਾਏ ਜਿਹੜੀ ਰੱਬ ਦਾ ਨਾਮ ਨਹੀਂ ਜਪਦੀ। ਵੇਖੋ ਫਰਕ ਕਿੰਨਾ ਵੱਡਾ ਹੈ। ਇਹ ਸਾਨੂੰ ਰਹਿਮਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚੋਂ ਮਿਲੀ ਹੈ। ਤੇ ਪਹਿਲੀ ਗੱਲ ਮੈਂ ਇਸ ਗੱਲੋਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿ ਤੁਸੀਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਇਸ ਗੱਲੋਂ ਤੁਸੀਂ ਸਾਰੇ ਹੀ ਜਿਹੜਾ ਹੈ ਉਹ ਵਧਾਈ ਦੇ ਪਾਤਰ ਹੋ। ਸੋ ਖੈਰ, ਪਿਓ ਦਾਦਿਆਂ ਦਾ ਖਜ਼ਾਨਾ ਕਿੱਦਾਂ ਹੋ ਗਿਆ, ਪਹਿਲੀ ਗੱਲ ਤਾਂ ਇਹ ਸਾਨੂੰ ਸਮਝਣ ਯੋਗ ਹੈ। ਜਦੋਂ ਭੱਟਾਂ ਦੇ ਸਵਈਏ ਪੜ੍ਹੀਏ ਨਾ ਤੇ ਭੱਟ ਸਾਹਿਬਾਨਾਂ ਨੇ ਆਪਣੇ ਸਵਈਆਂ ਦੇ ਵਿੱਚ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਅਰਜਨ ਸਾਹਿਬ ਮਹਾਰਾਜ 5 ਪਾਤਸ਼ਾਹੀਆਂ ਤੱਕ ਪੀੜ੍ਹੀ ਦਰ ਪੀੜ੍ਹੀ ਵੰਡਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਮੁਬਾਰਕ ਬੋਲ ਹੈ, ਪਿਓ ਦਾਦੇ ਦੇਵੇਹਾ ਪੋਤਰਾ ਪ੍ਰਵਾਨ। ਪਿਓ ਤੇ ਦਾਦੇ ਵਰਗਾ ਅੱਜ ਪੋਤਰਾ ਵੀ ਪ੍ਰਵਾਨ ਹੋ ਗਿਆ। ਪਿਓ ਤੇ ਦਾਦੇ ਵਰਗਾ ਅੱਜ ਪੋਤਰਾ ਵੀ ਸਿੱਖ ਧਰਮ ਦੇ ਵਿੱਚ ਗੁਰੂ ਬਣ ਕੇ ਸਥਾਪਿਤ ਹੋ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸਮਝਾਇਆ, ਪਿਆਰਿਓ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਨਾ, ਇਹ ਵੀ ਸਾਡੇ ਪਿਓ ਤੇ ਦਾਦਿਆਂ ਦਾ ਖਜ਼ਾਨਾ ਅੱਜ ਸਾਡੇ ਤੱਕ ਪਹੁੰਚਿਆ। ਸਾਡੇ ਸਿਰ ਤੇ ਦਸਤਾਰ ਹੈ, ਸਾਡੇ ਸਿਰ ਉੱਪਰ ਅੱਜ ਕੇਸ ਨੇ, ਸਾਨੂੰ ਸਿੱਖੀ ਵਿਰਾਸਤ ਵਿੱਚ ਮਿਲੀ ਹੈ। ਇਹ ਕਿਹਨਾਂ ਦਾ ਖਜ਼ਾਨਾ ਸੀ? ਪਿਓ ਦਾਦਿਆਂ ਦਾ ਹੀ ਸੀ। ਆ ਤੁਸੀਂ ਭਾਈ ਲక్ష్మణ ਸਿੰਘ ਧਾਰੋਵਾਲ ਹੋਣਾ ਦਾ ਹੁਣੇ ਨਾਮ ਲੈ ਰਹੇ ਸੀ, ਇਹ ਉਹਨਾਂ ਦਾ ਖਜ਼ਾਨਾ ਸੀ ਜਿਹੜਾ ਅੱਜ ਸਾਡੇ ਤੱਕ ਪਹੁੰਚਿਆ। ਇਹ ਖਜ਼ਾਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸੀ, ਜਿਹੜੇ ਤੱਤੀ ਤਵੀ ਤੇ ਬੈਠ ਕੇ ਜਿਨ੍ਹਾਂ ਨੇ ਸਿੱਖੀ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਇਆ ਤੇ ਅੱਜ ਉਹ ਖਜ਼ਾਨਾ ਸਾਡੇ ਤੱਕ ਪਹੁੰਚਿਆ। ਮਤਾ ਸਮਝੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਮੱਥਾ ਟੇਕਦੇ ਹਾਂ, ਇਹ ਬਾਣੀ ਗੁਰੂ ਸਾਹਿਬ ਨੇ ਲਿਖ ਦਿੱਤੀ ਤੇ ਅੱਜ ਸਾਡੇ ਤੱਕ ਪਹੁੰਚ ਗਈ ਤੇ ਅਸੀਂ ਸਾਰੇ ਨਮਸਕਾਰ ਕਰਦੇ ਹਾਂ। ਇਹਦੇ ਤੁਸੀਂ ਕਦੀ ਪਿਛੋਕੜ ਵਿੱਚ ਜਾ ਕੇ ਵੇਖੋ ਕਿੰਨਾ ਵੱਡਾ ਇਤਿਹਾਸ ਪਿਆ ਹੈ। ਜਦੋਂ ਸਿੱਖਾਂ ਦੇ ਉੱਪਰ ਛੋਟਾ ਘੱਲੂਘਾਰਾ ਕੀਤਾ ਗਿਆ 1746 ਈਸਵੀ ਦੇ ਵਿੱਚ,
इस गुरु ग्रंथ साहब महाराज जी की बाणी को जालम लखपत राय के वालों धरती में टोए पुट के दबिया जाता रहा। ये बाणी सौखी नहीं साढ़े तक पहुंची। ये बाणी ने बड़े बिखड़े पैंडे हटाए ने। इस बाणी को इकट्ठा करने वास्ते गुरु नानक साहब महाराज जी को 15 साल अपने घर तो बाहर रहना पड़ा। भगत नामदेव जी की बाणी, भगत कबीर जी की बाणी, भगत रविदास जी की बाणी उन्होंने दे इलाकों में जाके गुरु साहब ने प्राप्त की है। ये बाणी का खजाना सौखा ही साढ़े तक नहीं पहुंचा। इस बाणी के खजाने को इत्थों तक पहुंचाने में गुरु अर्जन साहब महाराज जी को तवी तवी ते बहना पिया। अज ताइयों असीं गुरु को नमस्कार करते हैं ना, अज ताइयों असीं गुरु को सिर झुका रहे हैं ना, अज ताइयों गुरु के अगे असीं डंडौत वंदना करते हैं ना। गुरु अर्जन साहब महाराज कहते ने प्यो दादे जिवें हा, प्यो ते दादे वर्गा पोतरा प्रमाण। अज सिੱਖੀ ਵਿੱਚ पोतरा भी प्रमाण चढ़ गया। हुण पोतरा कौन सी? पोतरा करते हैं शब्द गुरु अर्जन साहब सच्चे पातशाह महाराज वास्ते। कहते जिहड़ा खजाना है अज साडे तक पहुंचिया है, सिखो बड़ा कीमती खजाना है। इसनूं समझण दी लोड़ है। किसी ने बड़ी वधिया एग्जांपल दी सी। वो कहते जदों दादा ना उम्र के अखीरी पड़ाव ते आया ते ओदे कोल एक किताब सी जिहदे विच उन्हां दे कारोबार दा व्यापार दा सारा हिसाब किताब नोट सी। उन्हें जान लग्या कह दिता भी पुੱਤ जे मेरे तो बाद कारोबार नूं अगे चलाउणा होया ते इस किताब दे विच कारोबार नूं अगे चलाउण दे सारे गुर लिखे होए ने, सारे नुक्ते इहदे विच लिखे होए ने। सारा कुछ समझाया भी किदां किदां कारोबार नूं चलाउणा है, किहनां किहनां तों आपां पैसे लैणे ने, किहनां किहनां तों आपां पैसे देणे ने। सारियां गल्लां उहदे विच लिखियां होईयां ने। कहते दादा चढ़ाई कर गया ते अगे किताब पोतरियां दे कोल आ गई। ਉਹ ਜਿਹੜੀ किताब सी उन्हें पढ़ी ना जाके अलमारी ਦੇ ਵਿੱਚ ਰੱਖ ਦਿੱਤੀ। कारोबार दादे तो बाद दिन प्रति दिन थले जाता रहा। अज भी घट गया, कल घट गया, परसों घट गया, होर घट गया। एक दिन ਇਹੋ ਜਿਹਾ आया वो बंदे बेचारे रोड ते आ गए। उन्हां चों एक बड़ा सियाणा सी, ਉਹਨੂੰ ਕਿਸੇ ने दस्सिया कहंदा भी ਤੁਹਾਡਾ दादा बड़ा ਵਧੀਆ ਵਪਾਰ ਕਰਦਾ ਸੀ, ਤੁਹਾਨੂੰ ਕੀ ਹੋ ਗਿਆ? ਤੁਹਾਡੇ ਵਪਾਰ ਵਿੱਚ ਕੀ ਮੁਸ਼ਕਲ ਆਈ ਵੀ ਜੋ ਤੋਂ ਤੁਹਾਡਾ ਦਾਦਾ ਚੜਾਈ ਕੀਤਾ ਹੈ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਵਪਾਰ ਸੈੱਟ ਨਹੀਂ ਆਇਆ, ਤੁਹਾਡਾ ਕਾਰੋਬਾਰ ਦਿਨ ਪ੍ਰਤੀ ਦਿਨ ਥੱਲੇ ਤੁਰਿਆ ਗਿਆ, ਕੀ ਕਾਰਨ ਹੈ ਇਸ ਦਾ? ਉਹ ਕਹਿੰਦਾ ਜੀ ਕਾਰਨ ਤਾਂ ਸਾਨੂੰ ਪਤਾ ਨਹੀਂ। ਕਹਿੰਦਾ ਤੁਹਾਡਾ ਦਾਦਾ ਤੁਹਾਨੂੰ ਕੁਝ ਦੱਸ ਕੇ ਨਹੀਂ ਗਿਆ? ਤੁਹਾਡੇ ਦਾਦੇ ਨੇ ਤੁਹਾਨੂੰ ਸਮਝਾਇਆ ਨਹੀਂ ਵੀ ਵਪਾਰ ਕਿਦਾਂ ਕਰਨਾ ਸੀ? ਕਹਿੰਦੇ ਇਦਾਂ ਤਾਂ ਨਹੀਂ ਸੀ ਸਮਝਾਇਆ, ਪਰ ਇੱਕ ਕਿਤਾਬ ਸਾਨੂੰ ਦੇ ਕੇ ਗਿਆ ਸੀ। ਉਹ ਕਹਿੰਦਾ ਸੀ ਕਿ ਸਾਰੇ ਵਪਾਰ ਦੇ ਗੋਰੇ ਇਸ ਕਿਤਾਬ ਦੇ ਵਿੱਚ ਲਿਖੇ ਨੇ ਤੇ ਇਸ ਕਿਤਾਬ ਦੇ ਵਿੱਚੋਂ ਪੜ੍ਹ ਕੇ ਵਪਾਰ ਕਰ ਲਿਓ। ਕਹਿੰਦਾ ਤੁਸੀਂ ਪੜ੍ਹੀ? ਕਹਿੰਦਾ ਸੀ ਤੇ ਪੜ੍ਹੀ ਨਹੀਂ। ਕਹਿੰਦਾ ਕਿੱਥੇ ਰੱਖੀਏ? ਕਹਿੰਦਾ ਉਹ ਤਾਂ ਉਦੋਂ ਦੀ ਸਾਂਭੀ ਪਈ, ਅਸੀਂ ਪੜ੍ਹੀ ਨਹੀਂ। ਮੈਂ ਕਈ ਵਾਰੀ ਸੋਚਦਾ ਹਾਂ ਕਿ ਇਹ ਹਾਲਤ ਇਕੱਲੇ ਉਸ ਇੱਕ ਬੰਦੇ ਦੀ ਨਹੀਂ, ਇਹ ਹਾਲਤ ਅੱਜ ਸਾਡੇ ਸਾਰਿਆਂ ਦੀ ਹੈ। ਪਤਾ ਕਿੰਨਾ? ਉਸ ਵਪਾਰ ਨੂੰ ਚਲਾਉਣ ਵਾਸਤੇ ਕਿਤਾਬ ਦੇ ਵਿੱਚ ਗੁਰ ਲਿਖੇ ਸਨ ਤੇ ਉਹਨਾਂ ਪੜ੍ਹੇ ਨਹੀਂ ਤੇ ਵਪਾਰ ਉਹਨਾਂ ਦਾ ਤਬਾਹ ਹੋ ਗਿਆ। एक खजाना गुरु साहब ही सानू दे के गए सन। आज सिखा ने नहीं पढ़िया ते आज सिख कौम दवाई दे कंढे ते खड़ी। आज पतपुणा क्यों आया भला? क्योंकि असी उस गुरु नू अजे तक वाचिया ही नहीं, असी समझ ही नहीं सके इन्हां चीज़ां नू। आज साडे नौजवान धीआं पुੱਤ साडे को क्यों बागी हो रहे ने भला? कारण तां इहो ही है ना, असी सिर्फ गुरु नू आज तक मत्था टेकण तक सीमित रखिया। असी ये सोचा भी मत्था टेक लिया, नमस्कार कर ली, कड़ा प्रसादी दे करवाई ते कड़ा प्रसाद लैके ते वापस फिर घर नूं आ। असीं माफ करना, असीं धर्म नूं सिर्फ इन्ना ही मान रहे हैं। असीं धर्म नूं सिर्फ इन्ने क दायरे दे विच सीमित करके। मैं बड़ी बार एग्जांपल दिंदा हुंदा, बंदा गुरुद्वारे आउंदा ओनूं कहंदे नशा करके नहीं आउणा। क्यों? क्योंकि गुरुद्वारा गुरु दा घर है, तां करके नशा नहीं करना गुरुद्वारे आण के। ते सतगुर दी बाणी कहंदी सारी ये धरती गुरु दी घर है। ये सारी धरती में रब वास्ता की धरती ते नशा कर लेना चाहिए। आज पतपुणा साडे घरां विच क्यों आया? क्योंकि असीं अजे तक गुरु नूं केवल मत्था टेकण तक सीमित रखिया। अजे तक गुरु नूं केवल मत्था टेकिया, ਉਹ ਸਮਝਿਆ ਬਹੁਤ ਘੱਟ ਹੈ। गुरु अर्जन साहब सच्चे पातशाह महाराज जी ਦਾ ਜਦੋਂ ਇਤਿਹਾਸ ਪੜ੍ਹੀਏ ਨਾ, ਮੈਂ ਇਤਿਹਾਸ ਵਿੱਚ ਇੱਕ ਦੋ ਕਾਰਨ ਉਹਨਾਂ ਦੀ ਸ਼ਹੀਦੀ ਦੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗਾ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ जिन्हां दा जन्म गोंदवाल साहब की धरती ते होया है, गुरु रामदास महाराज जी के घर विच। उस तो बाद गुरु अर्जन साहब महाराज पहले ऐसे गुरु सन जिहड़े सिख परिवार दे विच वड्डे होए सन, जिहड़े गुरु घर विच वड्डे होए सन। उन्हां दे नाना दा नाम, नाना जी दा नाम गुरु अमरदास जी, उन्हां दे पिता जी दा नाम
गुरु रामदास जी। गुरु अर्जन साहब महाराज जी की पालना पोषणा गुरु साहबान के घर में हुई सी। इस करके गुरु अर्जन साहब महाराज जी को गुरु अमरदास महाराज जी ने बचपन में कहा सी दोहता बाणी का बोयता। बोयता का मतलब होता है जिहाद। हुण गुरु अर्जन साहब सच्चे पातशाह महाराज जी की शहीदी दे असली एक दो कारण इदां दे वेखे ने भी चंदू दी लड़की दा रिश्ता मोड़ना, इस करके गुरु साहब जी की शहीदी हो गई। जां प्रथी चंद ने गुरु अर्जन साहब महाराज जी की विरोधता की, इस करके गुरु साहब की शहीदी हो गई। की तुहानू लगदा है कि गुरु अर्जन साहब महाराज जी की शहीदी दे इन्ने छोटे छोटे कारण होणगे? की प्रथी चंद गुरु अर्जन साहब महाराज जी को शहीद करवाउण तक जा सकदा? एक होर इत्थे मैं छोटी जी बेनती करा। ठीक है, प्रथी चंद ने गुरु अर्जन साहब महाराज जी को गुरता गद्दी मिलण वेले विरोधता कीती सी, पर उस तो बाद उन्हां दे परिवार दा इतिहास पढ़ के देख लो 1698 ईस्वी तक प्रथी चंद दा परिवार दरबार साहब की सेवा करता रहा है। प्रथी चंद दीयां 3 पीढ़ियां ने दरबार साहब की सेवा कीती है। 1698 दे विच गुरु गोबिंद सिंह महाराज जी दे कहण ते भाई मनी सिंह जी दरबार साहब बन के इथों दा प्रबंध संभालदे। ਅਸੀਂ ਸਿਰਫ ਪ੍ਰਥੀ ਚੰਦ ਦੀ ਉਸ ਵਿਰੋਧਤਾ ਦਾ ਇੱਕ ਮੋਟਾ ਜਿਹਾ ਕਾਰਨ ਫੜਿਆ ਤੇ ਬਹੁਤੇ ਸਾਡੇ ਇਤਿਹਾਸਕ ਗ੍ਰੰਥਾਂ ਨੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਇਦਾਂ ਵਿਖਾਇਆ ਵੀ ਜਿੱਦਾਂ ਇਹਨਾਂ ਦੇ ਪਰਿਵਾਰ ਦਾ ਕੋਈ ਆਪਸ ਵਿੱਚ ਕਲੇਸ਼ ਹੁੰਦਾ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨ ਨਹੀਂ ਸਨ। ਹੁਣ ਜਦੋਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਆਉਂਦੀ ਹੈ, ਸ਼ਬੀਲਾਂ ਲੱਗਦੀਆਂ ਨੇ, ਤੁਸੀਂ ਉਹਦਾ ਸ਼ਬੀਲ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਕਹਿੰਦੇ ਗੁਰੂ ਸਾਹਿਬ ਜਹਾਂਗੀਰ ਦੀ ਕੈਦ ਵਿੱਚ ਸਨ ਤੇ ਚੰਦੂ ਦੀ ਨੌਂ ਆਈ ਤੇ ਗੁਰੂ ਸਾਹਿਬ जी ਨੂੰ ਆਣ ਕੇ ਆਖਿਆ ਵੀ ਤੁਸੀਂ ਸ਼ਰਬਤ ਪੀ ਲਓ ਤੇ ਗੁਰੂ ਸਾਹਿਬ ਜੀ ਨੇ ਆਖਿਆ ਸ਼ਰਬਤ ਮੈਂ ਨਹੀਂ ਪੀਣਾ, ਮੇਰੇ ਤੋਂ ਬਾਅਦ ਆਉਣ ਵਾਲੇ ਜਿਹੜੇ ਸਿੱਖ ਨੇ ਉਹ ਇਸ ਸ਼ਰਬਤ ਨੂੰ ਪੀਆ ਵੀ ਕਰਨਗੇ ਤੇ ਲੋਕਾਂ ਨੂੰ ਵੀ ਪਿਲਾਇਆ ਕਰਨਗੇ। ਹੁਣ ਇਹ ਅਸੀਂ ਗੱਲ ਕਿਹਦੇ ਨਾਲ ਜੋੜ ਦਿੱਤੀ? ਚੰਦੂ ਦੀ ਨੌਂ ਨਾਲ। ਕਿ ਇੰਨੇ ਸਖਤ ਘੇਰੇ ਵਿੱਚ ਚੰਦੂ ਦੀ ਨੌਂ ਆਣ ਕੇ ਗੁਰੂ ਸਾਹਿਬ ਜੀ ਨੂੰ ਸ਼ਰਬਤ ਪਿਆ ਸਕਦੀ ਹੈ? ਪਹਿਲਾ ਵੱਡਾ ਸਵਾਲ ਹੈ ਸਾਡੇ ਤੇ ਬਣਦਾ। ਸਾਡਾ ਬਹੁਤਾ ਇਤਿਹਾਸ ਇਸ ਤਰੀਕੇ ਨਾਲ ਲਿਖਿਆ ਗਿਆ ਕਿ ਜਿਵੇਂ ਆਪਸ ਵਿੱਚ ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਆਪਸੀ ਵਿਰੋਧ ਹੁੰਦਾ ਹੈ। ਇੱਕ ਦੋ ਕਾਰਨ ਮੈਂ ਤੁਹਾਡੇ ਨਾਲ ਜਿਹੜੇ ਨੇ ਸਾਂਝੇ ਕਰਨੇ ਨੇ ਕਿ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਈ ਕਿਉਂ ਹੈ। ਪਹਿਲਾ ਤੇ ਸਭ ਤੋਂ ਵੱਡਾ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਹੀਦੀ ਦਾ ਜਾਤ ਪਾਤ ਨੂੰ ਉਸ ਵਕਤ ਚੋਟ ਮਾਰਨੀ। ਕਿਉਂਕਿ ਜਾਤ ਪਾਤ ਦਾ ਜਿਹੜਾ ਗਲਬਾ ਸੀ ਨਾ ਭਾਰਤ ਦੇਸ਼ ਵਿੱਚ ਬੜੇ ਵੱਡੇ ਪੱਧਰ ਤੇ ਫੈਲਿਆ ਹੋਇਆ ਸੀ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਸਾਂਝੀ ਕੀਤੀ ਸੀ, ਨੀਵੀਂ ਜਾਤ ਵਾਲੇ ਨੂੰ ਧਾਰਮਿਕ ਪਾਠ ਕਰਨ ਦਾ ਵੀ ਅਧਿਕਾਰ ਨਹੀਂ, ਨੀਵੀਂ ਜਾਤ ਵਾਲੇ ਨੂੰ ਘੋੜੇ ਤੇ ਚੜ੍ਹਨ ਦਾ ਵੀ ਅਧਿਕਾਰ ਨਹੀਂ, ਨੀਵੀਂ ਜਾਤ ਵਾਲੇ ਨੂੰ ਹੱਥ ਵਿੱਚ ਸ਼ਸਤਰ ਰੱਖਣ ਦਾ ਵੀ ਅਧਿਕਾਰ ਨਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਗੱਲ ਕਰਕੇ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਨਹੀਂ ਤੇ ਪਹਿਲਾਂ ਲੋਕ ਡਰੇ ਹੋਏ ਸਨ, ਸਹਿਮੇ ਹੋਏ ਸਨ। ਇਥੋਂ ਦੀ ਜਾਤ ਬਰਾਦਰੀ ਵਿੱਚ ਵੰਡ ਕੇ ਬ੍ਰਾਹਮਣ ਲੋਕਾਂ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀ। ਉਹ ਕਹਿੰਦਾ ਸੀ ਦਾਨ ਮੈਨੂੰ ਦਿਓ ਤੇ ਮੈਂ ਤੁਹਾਨੂੰ ਅੱਗੇ ਸਵਰਗਾਂ ਤੱਕ ਲੈ ਕੇ ਜਾਊਂਗਾ। ਤੁਸੀਂ ਪੈਸਾ ਮੈਨੂੰ ਦਿਓ, ਮੈਂ ਤੁਹਾਨੂੰ ਸਵਰਗਾਂ ਤੱਕ ਲੈ ਕੇ ਤੇ ਤੁਹਾਨੂੰ ਅੱਗੇ ਵਾਲੀ ਜ਼ਿੰਦਗੀ ਵਿੱਚ ਸੁੱਖ ਦੇਵਾਂਗਾ। ਇੱਥੋਂ ਵਾਲੀ ਜ਼ਿੰਦਗੀ ਵਿੱਚ ਨਰਕ ਬਣਾ ਕੇ ਤੇ ਅੱਗੇ ਵਾਲੀ ਜ਼ਿੰਦਗੀ ਵਿੱਚ ਬ੍ਰਾਹਮਣ ਸੁੱਖ ਦੇਣਾ ਚਾਹੁੰਦਾ ਸੀ, ਜਿਹੜੀ ਅੱਜ ਤੱਕ ਕਿਸੇ ਨੇ ਵੇਖੀ ਨਹੀਂ। ਤੇ ਅੱਜ ਸਾਡੇ ਸਿੱਖ ਵੀ ਇਹਨਾਂ ਚੀਜ਼ਾਂ 'ਚ ਕਈ ਉਲਝੇ ਫਿਰਦੇ ਨੇ। ਕਈ ਸਾਡੇ ਬਾਬੇ ਵੀ ਫਿਰ ਇਦਾਂ ਦੀਆਂ ਕਹਾਣੀਆਂ ਸੁਣਾਉਂਦੇ ਨੇ ਵੀ ਫਲਾਣਾ ਬੰਦਾ ਆਇਆ ਸਵਰਗਾਂ ਵਿੱਚੋਂ ਮਿਲਿਆ, ਕਹਿੰਦਾ ਬਾਬਾ ਜੀ ਤੁਹਾਡੀ ਕਿਰਪਾ ਨਾਲ ਸਵਰਗ ਵਿੱਚ ਬੜੇ ਆਨੰਦ ਨੇ। ਹੁਣ ਗੁਰੂ ਸਾਹਿਬ ਦੀ ਬਾਣੀ ਇਹਨਾਂ ਸਵਰਗਾਂ ਨੂੰ ਮੰਨਦੀ ਨਹੀਂ। ਪਤਾ ਨਹੀਂ ਬਾਬੇ ਕਿਹੜੇ ਸਵਰਗਾਂ ਦੀਆਂ ਗੱਲਾਂ ਕਰਦੇ ਨੇ। ਕਈ ਵਾਰੀ ਸਾਨੂੰ ਵੀ ਪੁੱਛਦੇ ਨੇ ਬੰਦਾ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ ਭਲਾ? ਇਹ ਸਾਡਾ ਸਾਰਿਆਂ ਦਾ ਹੀ ਸਵਾਲ ਹੁੰਦਾ ਹੈ ਵੀ ਬੰਦਾ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ। ਸਾਨੂੰ ਜੀਂਦੇ ਦੀ ਪਤਾ ਨਹੀਂ ਕਿ ਅਸੀਂ ਕਿੱਥੇ ਖਲੋਤੇ ਆ, ਪਰ ਮਰਨ ਤੋਂ ਬਾਅਦ ਦੀ ਫਿਕਰ ਪਈ ਹੈ ਕਿ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ। ਉਹ ਭਲਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਮਨੁੱਖ ਦੇ ਮਰਨ ਤੋਂ ਬਾਅਦ ਦੀ ਗੱਲ ਨਹੀਂ ਕੀਤੀ। ਕਹਿੰਦੇ ਬੰਦਿਆਂ ਜੀਂਦੇ ਜੀ ਆਪਦਾ ਜੀਵਨ ਸਵਾਰ ਲਾ, ਜੀਂਦੇ ਜੀ ਜੇਕਰ ਤੂੰ ਰੱਬ ਦੇ ਨੇੜੇ ਹੈ ਤੇ ਤੇਰੇ ਵਾਸਤੇ ਇਹੋ ਸਵਰਗ ਹੈ, ਤੇਰੇ ਵਾਸਤੇ ਇਹੋ ਹੀ ਸਵਰਗ ਹੈ। ਇਸ਼ਟ ਨਜ਼ਦੀਕ ਆਖਰ ਹੈ ਮਾਨਾ, ਰੱਬ ਦੇ ਨੇੜੇ ਰਹਿਣਾ ਹੀ ਬੰਦੇ ਦੇ ਵਾਸਤੇ ਸਵਰਗ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ, ਜਿਸ ਵਕਤ ਗੁਰੂ ਸਾਹਿਬ ਜਹਾਂਗੀਰ ਦੀ ਕੈਦ ਵਿੱਚ ਸਨ ਤੇ ਸਾਡੇ ਲਿਖਾਰੀਆਂ ਨੇ ਲਿਖਿਆ ਕਿ ਚੰਦੂ ਜਿਹੜਾ ਸੀ ਉਹਦੇ ਵਿੱਚ ਬੜਾ ਵੱਡਾ ਉਹਨੇ ਰੋਲ ਅਦਾ ਕੀਤਾ। ਪਰ ਨਹੀਂ, ਜਾਤ ਬਰਾਦਰੀ ਦੇ ਨਾਮ ਤੇ ਲੋਕਾਂ ਨੂੰ ਜਿਹੜੇ ਪੁਜਾਰੀ ਨੇ ਉਸ ਵਕਤ ਵੰਡਿਆ ਹੋਇਆ ਸੀ, ਗੁਰੂ ਸਾਹਿਬ ਨੇ ਉਸ ਜਾਤ ਬਰਾਦਰੀ ਨੂੰ ਬਹੁਤ ਵੱਡੀ ਸੱਟ ਮਾਰੀ ਤੇ ਲੋਕ ਧੜਾ ਧੜ ਸਿੱਖੀ ਵਿੱਚ ਆਏ। ਪਹਿਲਾ ਕਾਰਨ ਸੀ ਇਹ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ। ਦੂਜਾ ਵੱਡਾ ਕਾਰਨ ਸੀ ਸਗੀ ਸਰਵਰੀਏ। ਹੁਣ ਸਗੀ ਸਰਵਰੀਏ ਕੌਣ ਨੇ? ਭਾਈ ਮੰਝ ਹੋਇਆ ਗੁਰੂ ਸਾਹਿਬ ਜੀ ਦੇ ਵੇਲੇ। ਸਾਕੀ ਸ਼ਾਇਦ ਨਾਮ ਤੁਸੀਂ ਭਾਈ ਮੰਝ ਜੀ ਦਾ ਸਾਰਿਆਂ ਨੇ ਸੁਣਿਆ ਹੋਵੇਗਾ। ਭਾਈ ਮੰਝ ਦੇ ਘਰ ਵਿੱਚ ਕਬਰ ਬਣੀ ਹੋਈ ਸੀ।
ਤੇ ਕਬਰ ਨੂੰ ਹਰ ਵੀਰਵਾਰ ਰੂੜ ਚੜਾਉਂਦਾ ਸੀ। ਉਸ ਕਬਰ ਤੇ ਆਣ ਕੇ ਭਾਈ ਮੰਝ ਨੇ ਮੱਥਾ ਟੇਕਣਾ, ਨਮਸਕਾਰ ਕਰਨੀ, ਪੂਜਾ ਕਰਨੀ। ਇਹ ਸਾਡੀ ਸਰਵਰਿਆਂ ਦਾ ਧਰਮ ਹੈ। ਹੁਣ ਜਿਹੜਾ ਅੱਜ ਤਰਨਤਾਰਨ ਨਗਰ ਹੈ, ਸਾਡਾ ਸਾਰਿਆਂ ਦਾ ਜ਼ਿਲ੍ਹਾ ਹੈ, ਇਸ ਤਰਨਤਾਰਨ ਨਗਰ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 1590 ਈਸਵੀ ਦੇ ਵਿੱਚ ਵਸਾਇਆ ਸੀ। ਪਹਿਲਾਂ ਤਰਨਤਾਰਨ ਨਾਮ ਦਾ ਨਗਰ ਨਹੀਂ ਸੀ। ਇਸੇ ਤਰਨਤਾਰਨ ਨਗਰ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੋੜੀਆਂ ਦੇ ਇਲਾਜ ਵਾਸਤੇ ਇੱਕ ਦਵਾਖਾਨਾ ਸ਼ੁਰੂ ਕੀਤਾ। ਇਹ 1590 ਵਿੱਚ ਗੁਰੂ ਸਾਹਿਬ ਨੇ ਵਸਾਇਆ ਸੀ। ਹੁਣ ਇਹਦੇ ਵਸਾਉਣ ਦਾ ਕਾਰਨ ਕੀ ਹੈ? ਭਲਾ ਇਹਦੇ ਨਾਲ ਹੀ ਇੱਕ ਸ਼ੇਖ ਫਤਿਹ ਦੀ ਗੱਦੀ ਲੱਗੀ ਹੋਈ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ, ਜਦੋਂ ਮੱਝਾਂ ਦੁੱਧ ਨਵੀਂ ਮੱਝ ਸੂੰਦੀ ਹੈ, ਦੁੱਧ ਦੇਣਾ ਸ਼ੁਰੂ ਕਰਦੀ ਹੈ, ਤੇ ਉੱਥੇ ਲੋਕ ਖੀਰਾਂ ਲੈ ਕੇ ਜਾਂਦੇ ਨੇ। ਉਹ ਕਹਿੰਦੇ ਨੇ ਵੀ ਜੇ ਇੱਥੇ ਦੁੱਧ ਚੜਾਓ ਤੇ ਮੱਝ ਕੱਟੀਆਂ ਹੀ ਦਿੰਦੀ ਹੈ। ਇਹ ਤਰ੍ਹਾਂ ਦੀ ਜਿਹੜੀ ਮਾਨਤਾ ਲੋਕਾਂ ਵਿੱਚ ਪਾਈ ਜਾਂਦੀ। ਵੈਸੇ ਬੜੀ ਹੈਰਾਨੀ ਦੀ ਗੱਲ ਹੈ, ਜੇਕਰ ਘਰ ਵਿੱਚ ਔਲਾਦ ਦੀ ਗੱਲ ਹੋਵੇ ਤੇ ਉੱਥੇ ਸਾਰਿਆਂ ਨੂੰ ਮੁੰਡੇ ਚਾਹੀਦੇ ਨੇ, ਤੇ ਜੇ ਮੱਝਾਂ ਦੀ ਗੱਲ ਆਵੇ ਤੇ ਉੱਥੇ ਕੱਟੀਆਂ ਲੈਣ ਵਾਸਤੇ ਲੋਕ ਉੱਥੋਂ ਤੱਕ ਜਾਂਦੇ ਨੇ। ਮਤਲਬ ਸਾਡੀ ਮਾਨਸਿਕਤਾ ਅਜੇ ਵੀ ਕਿੱਥੋਂ ਤੱਕ ਫਸੀ ਹੋਈ ਹੈ। ਅਸੀਂ ਅਜੇ ਵੀ ਲੜਕੇ ਤੇ ਲੜਕੀ ਦੇ ਵਿੱਚ ਫਰਕ ਸਮਝਦੇ ਹਾਂ। ਸਾਨੂੰ ਇਹ ਲੱਗਦਾ ਵੀ ਸ਼ਾਇਦ ਜੇ ਘਰ ਵਿੱਚ ਪੁੱਤਰ ਆ ਜਾਵੇ ਤੇ ਸਾਡੇ ਸੁੱਖਾਂ ਦੇ ਵਿੱਚ ਵਾਧਾ ਹੋ ਜਾਏਗਾ, ਸੁੱਖ ਵੱਧ ਜਾਣਗੇ। ਪੁੱਤਰ ਆਉਣ ਨਾਲ, ਔਲਾਦ ਨਾਲ ਬੰਦੇ ਸੁਖੀ ਨਹੀਂ ਹੁੰਦੇ। ਕਈ ਬੇ ਔਲਾਦੇ ਵੀ ਔਲਾਦ ਵਾਲਿਆਂ ਨਾਲ ਵੱਧ ਸੁਖੀ ਨੇ। ਇਹ ਸੱਚਾਈ ਹੈ ਸੰਸਾਰ ਦੀ। ਹੁਣ ਜਿਹੜੀ ਸ਼ੇਖ ਫਤਿਹ ਦੀ ਨਾਲ ਕਬਰ ਬਣੀ ਹੈ, ਉਹਨਾਂ ਦਿਨਾਂ ਦੇ ਵਿੱਚ ਸਖੀ ਸਰਵਰਿਆਂ ਦਾ ਪ੍ਰਚਾਰ ਬੜਾ ਜ਼ੋਰ ਤੇ ਸੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਝੇ ਦੇ ਵਿੱਚ ਇੱਕ ਪ੍ਰਚਾਰ ਦੌਰਾ ਕੀਤਾ। ਅੱਜ ਤੁਸੀਂ ਵੇਖੋ, ਜਿਵੇਂ ਸਰਿਆਲੀ ਸਾਹਿਬ, ਚੋਲਾ ਸਾਹਿਬ, ਗੁਰੂ ਸਾਹਿਬ ਜੀ ਦੇ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਿਆਂ ਦੇ ਸਥਾਨ ਬਣੇ ਹੋਏ ਨੇ। ਗੁਰੂ ਸਾਹਿਬ ਨੇ ਜਦੋਂ ਇਸ ਮਾਝੇ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਨਾ, ਇਸ ਮਾਝੇ ਦੇ ਏਰੀਏ ਵਿੱਚ ਜਿੰਨੇ ਵੀ ਸਾਡੀ ਸਰਵਰੀ ਲੋਕ ਸਨ, ਧੜਾ ਧੜ ਸਿੱਖੀ ਵਾਲੇ ਪਾਸੇ ਆਏ। ਉਹਨਾਂ ਨੂੰ ਇਸ ਗੱਲੋਂ ਬੜੀ ਤਕਲੀਫ ਹੋਈ, ਉਹਨਾਂ ਨੂੰ ਇਸ ਗੱਲੋਂ ਬੜਾ ਦੁੱਖ ਹੋਇਆ ਕਿ ਸਾਡੇ ਮਤ ਦੇ ਲੋਕ ਘਟਦੇ ਜਾ ਰਹੇ ਨੇ। ਇੱਕ ਬੇਨਤੀ ਅਸੀਂ ਹੋਰ ਕਰਦੇ ਹਾਂ, ਅੱਜ ਵੀ ਜਿਹੜੀ ਸ਼ੇਖ ਫਤਿਹ ਦੀ ਕਬਰ ਬਣੀ ਹੈ ਨਾ, ਇਹਦਾ ਜਿੰਨਾ ਪੈਸਾ ਹੈ ਉਹ ਅੱਜ ਵੀ ਪਾਕਿਸਤਾਨ ਦੇ ਕੋਲ ਜਾਂਦਾ ਹੈ। ਇਹ ਪਾਕਿਸਤਾਨ ਦਾ ਇੱਕ ਵਕਫ ਬੋਰਡ ਬਣਿਆ, ਉਹਦੇ ਅਧੀਨ ਹੈ। ਸਾਲ ਦਾ ਠੇਕਾ ਸਾਡੇ ਲੋਕ ਉੱਥੇ ਭਰਦੇ ਨੇ ਤੇ ਇਹਦਾ ਸਾਰਾ ਪੈਸਾ ਪਾਕਿਸਤਾਨ ਵਿੱਚ ਬਾਅਦ ਵਿੱਚ ਲੈ ਕੇ ਜਾਇਆ ਜਾਂਦਾ ਹੈ। ਸਿੱਖਾਂ ਦੇ ਨਾਲ ਤਾਂ ਕਬਰਾਂ ਦਾ ਸੰਬੰਧ ਹੀ ਕੋਈ ਨਹੀਂ। ਆ ਪਿਛੇ ਜੇ ਰੋਡ ਬਣਨਾ ਸੀ ਤੇ ਰੋਡ ਦੇ ਉੱਪਰ ਕਬਰ ਆ ਗਈ। ਮੁਸਲਮਾਨ ਵੀਰਾਂ ਨੇ ਕੋਈ ਲੜਾਈ ਨਹੀਂ ਪਾਈ, ਜਿਹੜੇ ਇਸਲਾਮ ਨੂੰ ਮੰਨਣ ਵਾਲੇ ਸਨ। ਲੜਦੇ ਕੌਣ ਪਏ ਸਨ? ਜਿਹੜੇ ਪੱਗਾਂ ਵਾਲੇ। ਇੱਕ ਕਹਿੰਦਾ ਸੀ ਕਬਰ ਢਾਹ ਦਈਏ, ਦੂਜਾ ਕਹਿੰਦਾ ਸੀ ਨਹੀਂ ਢਾਉਣੀ। ਜਦੋਂ ਕਬਰ ਦਾ ਸੰਬੰਧ ਹੀ ਸਾਡੇ ਨਾਲ ਨਹੀਂ, ਇਥੋਂ ਤੱਕ ਇਸਲਾਮ ਮਤ ਵਿੱਚ ਜਿਹੜਾ ਵੀ ਬੰਦਾ ਕਬਰ ਨੂੰ ਮੰਨਦਾ ਹੈ ਨਾ, ਉਹ ਕਹਿੰਦੇ ਸਾਡਾ ਇਹ ਪੱਕਾ ਮੁਸਲਮਾਨ ਨਹੀਂ ਹੋ ਸਕਦਾ, ਕਿਉਂਕਿ ਮੁਸਲਮਾਨ ਮਤ ਵਿੱਚ, ਇਸਲਾਮ ਮਤ ਵਿੱਚ ਕਬਰ ਨੂੰ ਮੰਨਣ ਦੀ ਮਨਾਹੀ ਕੀਤੀ ਗਈ ਹੈ। ਤੇ ਸਾਡੇ ਲੋਕ ਧੜਾ ਧੜ ਉਹਨੂੰ ਮੰਨੀ ਜਾ ਰਹੇ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ 6 ਕਿਲੋਮੀਟਰ ਦੀ ਦੂਰੀ ਤੇ ਜਦੋਂ ਤਰਨਤਾਰਨ ਸਾਹਿਬ ਨਗਰ ਵਸਾਇਆ, ਉਸ ਨਗਰ ਨੂੰ ਵਸਾਉਣ ਦਾ ਕਾਰਨ ਹੀ ਇਹ ਸੀ ਕਿ ਇਹਨਾਂ ਦੇ ਪ੍ਰਭਾਵ ਨੂੰ ਇੱਥੋਂ ਘਟਾਇਆ ਜਾਏ। ਤੇ ਇਹਨਾਂ ਦੇ ਉਸ ਵਕਤ ਦੋ ਅਹਿਮ ਬੰਦੇ ਸਨ, ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫਰੀਦ ਬੁਖਾਰੀ। ਅੱਜ ਵੀ ਇਹਨਾਂ ਦੇ ਨਾਲ ਸੰਬੰਧਿਤ ਹੋਰ ਜਿਹੜੇ ਥਾਂ ਨੇ ਪਾਕਿਸਤਾਨ ਵਿੱਚ, ਨਗਾਏ ਦੇ ਵਿੱਚ ਤੇ ਧੌਂਗਲ ਵਿੱਚ ਮੌਜੂਦ ਨੇ, ਉਹਨਾਂ ਥਾਵਾਂ ਤੇ ਅੱਜ ਵੀ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਸਾਡੇ ਸਿੱਖ ਵੀ ਧੜਾ ਧੜ ਉਹਨਾਂ ਦੀ ਪੂਜਾ ਕਰੀ ਜਾਂਦੇ ਨੇ। ਸ਼ੇਖ ਅਹਿਮਦ ਸਰਹੰਦੀ ਦੀ ਕਬਰ ਹੈ ਜੀ ਸਰਹੰਦ ਦੇ ਵਿੱਚ। ਹਾਂਜੀ, ਸ਼ੇਖ ਅਹਿਮਦ ਸਰਹੰਦੀ ਦੀ ਕਬਰ ਸਰਹੰਦ ਵਿੱਚ ਬਣੀ, ਮਕਬਰਾ ਅੱਜ ਵੀ ਉਹਦਾ ਬਣਿਆ ਹੋਇਆ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ ਸੀ, ਉਸ ਵਕਤ ਉਹ ਮਕਬਰਾ ਉੱਥੇ ਮੌਜੂਦ ਸੀ। ਬਾਬਾ ਬੰਦਾ ਸਿੰਘ ਬਹਾਦਰ ਨਾਲ ਇਹ ਗੱਲਾਂ ਬਾਤਾਂ ਬਾਅਦ ਵਿੱਚ ਜੋੜੀਆਂ ਗਈਆਂ। ਉਹਨਾਂ ਨੇ ਕਬਰਾਂ ਢਾਹ ਦਿੱਤੀਆਂ, ਉਹਨਾਂ ਨੇ ਇਸਲਾਮ ਨੂੰ ਖਤਮ ਕਰਨ ਵਾਸਤੇ ਜ਼ੋਰ ਲਾਇਆ, ਪਰ ਅੱਜ ਵੀ ਉਹ ਕਬਰ ਉੱਥੇ ਬਣੀ। ਇਸ ਗੱਲ ਦੀ ਗਵਾਹੀ ਭਰਦੀ ਹੈ ਵੀ ਜਿਹੜਾ ਮਕਬਰਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਹੱਦ ਤੱਕ ਨਹੀਂ ਲਾਇਆ, ਇਸਲਾਮ ਦੀਆਂ ਕਬਰਾਂ ਨਹੀਂ ਢਾਈਆਂ, ਉਹਨਾਂ ਦੇ ਧਾਰਮਿਕ ਸਥਾਨ ਨਹੀਂ ਸਨ ਢਾਏ। ਸੋ ਖੈਰ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਨਗਰ ਵਸਾਇਆ ਨਾ 1590 ਵਿੱਚ, ਧੜਾ ਧੜ ਲੋਕ ਸਿੱਖੀ ਵਾਲੇ ਪਾਸੇ ਨੂੰ ਆਏ। ਭਾਈ ਮੱਝ ਉਹਨਾਂ ਦੇ ਵਿੱਚੋਂ ਇੱਕ ਸੀ। ਭਾਈ ਮੱਝ ਸਿੱਖੀ ਦਾ ਪ੍ਰਚਾਰਕ ਸੀ। ਇੱਕ ਦਿਨ ਨਗਾਈ ਜਾ ਰਿਹਾ ਸੀ ਮੱਥਾ ਟੇਕਣ ਦੇ ਵਾਸਤੇ, ਰਸਤੇ ਵਿੱਚ ਰੁਕਿਆ ਅੰਮ੍ਰਿਤਸਰ ਦਰਬਾਰ ਸਾਹਿਬ, ਜਿੱਥੇ ਅੱਜ ਬਣਿਆ ਹੋਇਆ, ਜਿੱਥੇ ਅੱਜ ਪੁਤਲੀ ਘਰ ਵਾਲੀ ਥਾਂ ਹੈ, ਉੱਥੇ ਉਹਨੇ ਆਣ ਕੇ ਡੇਰਾ ਕੀਤਾ। ਜਦੋਂ ਉਹਨੇ ਉਸ ਨਗਰ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਿਮਾ ਸੁਣੀ ਤੇ ਮਨ ਵਿੱਚ ਲਾਲਸਾ ਉੱਠੀ ਵੀ ਕਿਉਂ ਨਾ ਮੈਂ ਵੀ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਾਂ ਤੇ ਵੇਖਾਂ ਗੁਰੂ ਸਾਹਿਬ ਜੀ ਨੂੰ, ਜਿੱਥੇ ਲੋਕ ਇੰਨੀ ਗੁਰੂ ਸਾਹਿਬ ਜੀ ਦੀ ਮਹਿਮਾ ਦੀ ਵਡਿਆਈ ਕਰ ਰਹੇ ਨੇ। ਲੋਕਾਂ ਦੇ ਕੋਲੋਂ ਸੁਣ ਕੇ, ਸਿੱਖਾਂ ਦੇ ਕੋਲੋਂ ਸੁਣ ਕੇ ਦਰਬਾਰ ਸਾਹਿਬ ਵਾਲੇ ਸਥਾਨ ਤੇ ਆ ਗਿਆ। ਉਸ ਵਕਤ ਦਰਬਾਰ ਸਾਹਿਬ ਦੇ ਸਰੋਵਰ ਦੀ ਸੇਵਾ ਚੱਲ ਰਹੀ ਸੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਆਪਣੇ ਹੱਥੀਂ ਉਸ ਜਗ੍ਹਾ ਤੇ ਸੇਵਾ ਕਰ ਰਹੇ ਸਨ। ਜਦੋਂ ਇੱਥੇ ਆਇਆ, ਵੇਖਿਆ, ਆਲੇ ਦੁਆਲੇ ਸਿੱਖਾਂ ਨੂੰ ਪੁੱਛਿਆ ਕਿ ਗੁਰੂ ਕੌਣ ਹੈ, ਕਿਉਂਕਿ ਸਾਰੇ ਲੋਕ ਇੱਕੋ ਜਿਹੇ ਸਨ। ਗੁਰੂ ਸਾਹਿਬ ਵੀ ਸੇਵਾ ਕਰ ਰਹੇ ਸਨ, ਆਮ ਸਿੱਖ ਵੀ ਸੇਵਾ ਕਰ ਰਹੇ ਸਨ,
पर अज तुसीं देखो किसी बाबे नूं आखो कि आओ आण के सेवा करिए, बाबे इसी तो बाहर नहीं आते गर्मी में, वो ही सेवा करते, संगतां तो बथेरी सेवा करवा लेंगे, संगतां नूं आखणगे भाई आया करो इत्थे आण के सेवा करनी माड़ी गल नहीं, पर सारिਆਂ ਨੂੰ एक बराबर ही रखना चाहिए। बराबरता का दर्जा तो गुरु ग्रंथ साहब महाराज जी की बाणी ने दिता है। भाई मंझ जो इत्थे आया ते भाई मंझ ने आण के वेख्या भी सारे लोग सेवा कर रहे हैं, पूछा कि इन्हां जो गुरु अर्जन साहब महाराज कौन ने, एक सिख ने इशारा किया कि आओ है गुरु अर्जन साहब महाराज। पातशाह आप उस जगह ते सरोवर की सेवा कर रहे सन, कपड़े उन्हां दे लिबड़े हुए सन। भाई मंझ गुरु अर्जन साहब महाराज जी तो इन्ना ज्यादा प्रभावित होया, हाथ जोड़ के दोवें हाथ जोड़ के बेनती की कि महाराज मैनूं भी सिੱਖੀ दी दात बख्शो, मैं भी सिੱਖੀ दे विच आउणा चाहुंदा। सतगुरु ने बस उन्होंने दो ही शब्द कहे, इन्हें भाई मंझ सिੱਖੀ ते सिੱਖੀ नहीं टेक सकती। हुण इस गल दा बड़ा बड़ा मतलब है, इस गल दा बड़ा बड़ा भाव है। खेत है ना, खेत खेतां विचों पहला एक फसल वड्डो ते तां ओहदे च दूजी बीजी जाएगी। गुरु अर्जन साहब महाराज ने आख्या भाई मंझ सिੱਖੀ ते सिੱਖੀ नहीं टेक सकती। ਇਹਦਾ मतलब ਇਹ ਸੀ ਵੀ ਜਿਹੜੀ ਪਹਿਲਾਂ ਸਿੱਖੀ ਤੇਰੇ ਅੰਦਰ ਬਣੀ ਹੋਈ ਹੈ ਨਾ ਕਬਰਾਂ ਵਾਲੀ, ਪਹਿਲਾਂ ਉਹਨੂੰ ਢਾਉਣਾ ਪਏਗਾ। ਅੱਜ ਸਾਡਾ ਵੀ ਸਾਧ ਸੰਗਤ ਇੱਕ ਬੜਾ ਵੱਡਾ ਸਵਾਲ ਹੈ। ਅਸੀਂ ਕਹਿੰਦੇ ਵੇਖੋ ਜੀ ਪੂਜਾ ਪਾਠ ਤਾਂ ਬੜਾ ਕਰੀਦਾ, ਗੁਰਦੁਆਰੇ ਤਾਂ ਬੜਾ ਜਾਈਦਾ, ਪਰ ਗੁਰੂ ਸਾਡੀ ਸੁਣਦਾ ਨਹੀਂ, ਗੁਰੂ ਸਾਡੀ ਸੁਣਦਾ ਨਹੀਂ। ਅੱਜ ਸਾਡਾ ਸਾਰਿਆਂ ਦੇ ਸਵਾਲ ਹੈ ਨਾ, ਫਲਾਣਿਆਂ ਦਾ ਮੁੰਡਾ ਤੇ ਬਾਹਰ ਚਲਾ ਗਿਆ, ਸਾਡਾ ਤੇ ਜਾਂਦਾ ਨਹੀਂ, ਕੀ ਕਰੀਏ। ਗੁਰਦੁਆਰੇ ਤਾਂ ਮੈਂ ਅਸੀਂ ਉਹਨਾਂ ਨਾਲੋਂ ਜ਼ਿਆਦਾ ਜਾਂਦੇ ਹਾਂ, ਪਰ ਸੋਚ ਕੇ ਵੇਖੋ ਕਿਤੇ ਗੁਰਦੁਆਰੇ ਜਾਣ ਦੇ ਨਾਲ ਨਾਲ ਆਪਾਂ ਉਹ ਵੀ ਕੰਮ ਕਰਦੇ ਜਿਹੜੇ ਗੁਰੂ ਸਾਹਿਬ ਨੇ ਬਾਣੀ ਵਿੱਚ ਮਨਾ ਕੀਤੇ ਹੋਏ ਨੇ। ਹੁਣ ਬੰਦਾ ਗੁਰਦੁਆਰੇ ਵੀ ਜਾਈ ਜਾਵੇ ਤੇ ਦੁੱਧ ਚ ਪਾਣੀ ਪਾ ਕੇ ਦੁੱਧ ਵੀ ਵੇਚੀ ਜਾਵੇ, ਉਹਦਾ ਗੁਰਦੁਆਰੇ ਕਿਹਾ ਕਿ ਕਾਰ ਹੈ, ਉਹਦਾ ਗੁਰਦੁਆਰੇ ਜਾਣ ਦਾ ਮਤਲਬ ਹੈ ਬੰਦਾ ਗੁਰਦੁਆਰੇ ਵੀ ਜਾਈ ਜਾਵੇ, ਸ਼ਾਮ ਨੂੰ ਦੁਕਾਨ ਤੇ ਬੈਠ ਕੇ ਉਹਦੇ ਚ ਵੀ ਕਾਲੇ ਵਾਲੇ ਕਰੀ ਜਾਵੇ। ਹੁਣ ਕੱਲਾ ਗੁਰਦੁਆਰੇ ਜਾਣਾ ਕੋਈ ਧਰਮ ਥੋੜੀ ਹੈ। ਗੁਰਦੁਆਰੇ ਜਾਣਾ ਸਿਰਫ ਇੱਕ ਧਰਮ ਵਾਲੇ ਪਾਸੇ ਨੂੰ ਪ੍ਰਵੇਸ਼ ਕਰਨ ਦੀ ਗੱਲ ਹੈ। ਗੁਰਦੁਆਰੇ ਜਾ ਕੇ ਬੰਦਾ ਧਰਮੀ ਨਹੀਂ ਬਣ ਸਕਦਾ, ਧਰਮੀ ਬੰਦੇ ਨੇ ਆਪਣੇ ਮਨ ਕਰਕੇ ਬਣਨਾ ਹੈ। ਹੁਣ ਜਦੋਂ ਭਾਈ ਮੰਝ ਨੇ ਗੁਰੂ ਸਾਹਿਬ ਨੂੰ ਕਿਹਾ, ਭਾਈ ਮੰਝ ਬੜਾ ਸਿਆਣਾ ਸੀ, ਉਸੇ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਗੱਲ ਨੂੰ ਸਮਝ ਗਿਆ, ਘਰ ਗਿਆ, ਨਗਾਏ ਨਹੀਂ ਗਿਆ, ਵਾਪਸ ਫੇਰ ਘਰ ਗਿਆ। ਭਾਈ ਮੰਝ ਘਰ ਜਾ ਕੇ ਉਹਨੇ ਆਪਣੇ ਘਰ ਵਿੱਚ ਬਣੀ ਹੋਈ ਕਬਰ ਨੂੰ ਢਾਹ ਦਿੱਤਾ, ਢਾਹ ਕੇ ਖੇਤਾਂ ਦੇ ਵਿੱਚ ਆਪਣੀ ਕਿਰਤ ਕਮਾਈ ਉਹਨੇ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਸਰੀਰ ਉਹ ਜਿਹਾ ਨਹੀਂ ਸੀ, ਕੰਮ ਕਰਨਾ ਚੱਲਿਆ ਤੇ ਫਿਰ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਗਿਆ। ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭਾਈ ਮਨ ਫਿਰ ਆ ਗਿਆ, ਕਹਿੰਦਾ ਗੁਰੂ ਸਾਹਿਬ ਪਹਿਲੀ ਬਣੀ ਹੋਈ ਸਿੱਖੀ ਮਨ ਚੋਂ ਢਾਹ ਦਿੱਤੀ ਹੈ, ਪਹਿਲੇ ਬਣੇ ਖਿਆਲ ਮਨ ਚੋਂ ਅੱਜ ਖਤਮ ਕਰ ਦਿੱਤੇ ਨੇ, ਪਹਿਲੇ ਬਣੇ ਹੋਏ ਖਿਆਲ ਅੱਜ ਮਨ ਵਿੱਚੋਂ ਨਸ਼ਟ ਹੋ ਗਏ ਨੇ। ਅੱਜ ਦੋਵੇਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦਾ, ਅੱਜ ਤੁਸੀਂ ਆਪਣੀ ਸਿੱਖੀ ਇਸ ਜਗ੍ਹਾ ਤੇ ਟਿਕਾਓ। ਸਾਨੂੰ ਵੀ ਸਾਰਿਆਂ ਨੂੰ ਇਦਾਂ ਕਰਨਾ ਚਾਹੀਦਾ ਹੈ। ਅਸੀਂ ਕੀ ਕਰਦੇ, ਅਸੀਂ ਸਿਆਣੇ ਬਣ ਕੇ ਜਾਂਦੇ ਹਾਂ ਗੁਰਦੁਆਰੇ। ਗੁਰੂ ਸਾਹਿਬ ਵੈਸੇ ਕਈ ਵਾਰੀ ਪਤਾ ਕੀ ਹੁੰਦਾ, ਬੰਦਾ ਲੱਖ ਰੁਪਏ ਦੀ ਬੇਈਮਾਨੀ ਕਰੇ ਤੇ 10,000 ਗੁਰਦੁਆਰੇ ਦੇ ਜਾਂਦਾ, ਇਦਾਂ ਹੁੰਦਾ। ਅਸੀਂ ਸਿਆਣੇ ਬਣ ਕੇ ਗੁਰਦੁਆਰੇ ਆਉਂਦੇ ਆ ਵੀ ਜੇ ਅਸੀਂ ਬੇਈਮਾਨੀ ਕੀਤੀ ਹੈ ਹਿੱਸਾ ਵਿੱਚ ਤੇਰਾ ਵੀ ਪਾਵਾਂਗੇ। ਅਸੀਂ ਇਦਾਂ ਸੋਚਦੇ ਆ। ਜੇ ਬੰਦਾ ਸਾਡੀਆਂ ਵੈਸੇ ਮੰਗਾਂ ਵੀ ਨਿੱਕੀਆਂ ਹੁੰਦੀਆਂ ਨੇ, ਮੰਗਾਂ ਅਸੀਂ ਕਿਦਾਂ ਮੰਨਦੇ ਆ, ਸਾਨੂੰ ਸਕੂਲ ਚੋਂ ਪਾਸ ਕਰਵਾ ਦੇ, ਸਾਡੇ ਨਿਆਣੇ ਨੂੰ ਬਾਹਰ ਘੱਲ ਦੇ, ਸਾਡੀਆਂ ਨਿੱਕੀਆਂ ਮੰਗਾਂ ਨੇ। ਅਸੀਂ ਨਿੱਕੀਆਂ ਮੰਗਾਂ ਦੇ ਵਿੱਚ ਗੁਰਦੁਆਰੇ ਜਾ ਕੇ ਗੁਰੂ ਦੇ ਅੱਗੇ ਲਗਾਤਾਰ ਅਰਦਾਸਾਂ ਕਰੀ ਜਾਂਦੇ ਆ, ਸਾਡੀ ਆਹ ਮੰਗ ਪੂਰੀ ਕਰ, ਸਾਡੀ ਆਹ ਮੰਗ। ਗੁਰੂ ਬੜਾ ਵੱਡਾ ਹੈ। ਗੁਰੂ ਕੋਲੋਂ ਜੇ ਸਾਧ ਸੰਗਤ ਮੰਗਣਾ ਹੈ ਨਾ, ਇੱਕੋ ਅਰਦਾਸ ਗੁਰੂ ਕੋਲੋਂ ਹੋਣੀ ਚਾਹੀਦੀ ਹੈ, ਸਬਰ ਤੇ ਸੰਤੋਖ ਦੀ। ਦੁਨੀਆ ਦੇ ਵਿੱਚ ਸਭ ਤੋਂ ਵੱਡੀ ਅੱਜ ਚੀਜ਼ ਇਹ ਹੈ, ਲਾਲਚ ਨੇ ਅੱਜ ਦੁਨੀਆ ਦੇ ਵਿੱਚ ਘਰ ਪਾੜੇ ਪਏ ਨੇ। ਲਾਲਚ ਨੇ ਅੱਜ ਭਰਾ ਨੂੰ ਭਰਾ ਦਾ ਵੈਰੀ ਬਣਾ ਦਿੱਤਾ ਹੈ। ਲਾਲਚ ਨੇ ਅੱਜ ਪਿਓ ਪੁੱਤ ਦੇ ਵਿੱਚ ਸਿਰ ਵੱਢਣਾ ਵੈਰ ਪਾ ਦਿੱਤਾ ਹੈ। ਜੇ ਸਬਰ ਸੰਤੋਖ ਸਾਡੀ ਜ਼ਿੰਦਗੀ ਵਿੱਚ ਹੋਵੇ ਤੇ ਸਾਨੂੰ ਬਾਹਰੀ ਚੀਜ਼ਾਂ ਮੰਗਣ ਦੀ ਲੋੜ ਹੀ ਨਹੀਂ। ਜੇਕਰ ਇਦਾਂ ਚੀਜ਼ਾਂ ਮੰਗਣ ਦੇ ਨਾਲ ਦੁੱਖ ਹੱਲ ਹੁੰਦੇ ਹੋਣ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਹਿ ਦੇਣਾ ਸੀ ਮੈਨੂੰ ਤਪੀ ਤਵੀ ਤੋਂ ਬਚਾ ਲਓ, ਪਰ ਪਾਤਸ਼ਾਹ ਨੂੰ ਪਤਾ ਸੀ ਉਹਦਾ ਭਾਣਾ ਤੇ ਉਹਦਾ ਸਬਰ ਬੜੀ ਵੱਡੀ ਚੀਜ਼ ਹੈ। ਉਹਦਾ ਭਾਣਾ ਬੜੀ ਵੱਡੀ ਇੱਕ ਰਹਿਮਤ ਹੈ। ਜਿਸ ਰਹਿਮਤ ਵਿੱਚ ਰਹਿ ਕੇ ਬੰਦੇ ਨੇ ਇਸ ਜ਼ਿੰਦਗੀ ਨੂੰ ਜੀਣਾ ਹੈ। ਅਸੀਂ ਸਬਰ ਤੇ ਸੰਤੋਖ ਅੱਜ ਆਪਣੇ ਵਿੱਚੋਂ ਗਵਾ ਬੈਠੇ ਹਾਂ। ਸਬਰ ਤੇ ਸੰਤੋਖ ਨੂੰ ਅਸੀਂ ਆਪਣੀ ਜ਼ਿੰਦਗੀ ਤੋਂ ਭੁਲਾ ਬੈਠੇ ਹਾਂ। ਸੋ ਖੈਰ, ਜਦੋਂ ਭਾਈ ਮੰਝ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਇਆ, ਮਹਾਰਾਜ ਨੇ ਆਣ ਕੇ ਆਖਿਆ ਭਾਈ ਮੰਝ ਅੱਜ ਤੋਂ ਬਾਅਦ ਤੂੰ ਸਿੱਖੀ ਦਾ ਪ੍ਰਚਾਰਕ ਹੈ। ਉਹ ਭਾਈ ਮੰਝ ਸਿੱਖੀ ਵਿੱਚ ਆ ਕੇ ਦੂਰ ਦਰਾਡੇ ਇਲਾਕਿਆਂ ਵਿੱਚ ਸਿੱਖੀ ਦੀ ਜੈ ਜੈਕਾਰ ਕਰਦਾ ਹੈ ਤੇ ਅੱਜ ਭਾਈ ਮੰਝ ਸਿੱਖੀ ਦਾ ਇੱਕ ਸਿਰ ਕੱਢ ਪ੍ਰਚਾਰਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਬਣ ਜਾਂਦਾ ਹੈ। ਇਹ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸਿੱਖੀ।
ਦੂਜਾ ਕਾਰਨ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ। ਸਖੀ ਸਰਵਈਆਂ ਦੇ ਪ੍ਰਚਾਰ ਦਾ ਦਿਨ ਪ੍ਰਤੀ ਦਿਨ ਇਸ ਭਾਰਤ ਦੇਸ਼ ਵਿੱਚੋਂ ਘਟਨਾ। ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫਰੀਦ ਬੁਖਾਰੀ, ਇਹਨਾਂ ਦੇ ਫਿਰਕੇ ਨੂੰ ਬਾਕੀ ਮੇਲਾ ਨਾਂ ਦਾ ਬੰਦਾ ਜਿਹੜਾ ਬਾਬਰ ਵੇਲੇ ਭਾਰਤ ਦੇ ਵਿੱਚ ਆਇਆ ਸੀ ਤੇ ਉਹਨੇ ਇਸ ਫਿਰਕੇ ਨੂੰ ਲਿਆ ਕੇ ਇੱਥੇ ਪ੍ਰਚਾਰਿਆ ਸੀ। ਇਹਨਾਂ ਦੇ ਦੋ ਹੀ ਕਰਮ ਸਨ। ਪਹਿਲਾ ਕਰਮ ਇਹ ਸੀ, ਜਦੋਂ ਬੰਦਾ ਹਿੰਦੂ ਮਤ ਵਾਲੇ ਪਾਸੇ ਤੋਂ ਮੁਸਲਮਾਨ ਮਤ ਵਾਲੇ ਪਾਸੇ ਨੂੰ ਆਉਂਦਾ ਹੈ ਨਾ, ਉਦੋਂ ਇੱਕ ਵਿਚਾਰਲਾ ਪੜਾਅ ਮੰਨਿਆ ਜਾਂਦਾ ਸਗੀ ਸਰਵਰੀਆਂ ਦਾ, ਜਿਹਦੇ ਵਿੱਚ ਤੁਸੀਂ ਕਬਰ ਦੀ ਪੂਜਾ ਵੀ ਕਰ ਲਓ ਤੇ ਤੁਸੀਂ ਹਿੰਦੂ ਮਤ ਵਾਲੇ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਰੀਤਾਂ ਨੇ ਤੁਸੀਂ ਉਹਨਾਂ ਨੂੰ ਵੀ ਨਿਭਾ ਲਓ। ਜਦੋਂ ਬੰਦਾ ਇਸ ਪੜਾਅ ਤੱਕ ਪਹੁੰਚ ਜਾਂਦਾ ਹੈ, ਉਸ ਤੋਂ ਬਾਅਦ ਅੱਗੇ ਫਿਰ ਬੰਦੇ ਨੂੰ ਇਸਲਾਮ ਮਤ ਵਾਲੇ ਪਾਸੇ ਜਿਹੜਾ ਤਬਦੀਲ ਕੀਤਾ ਜਾਂਦਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੇਲੇ ਉਹਨਾਂ ਦਾ ਪ੍ਰਚਾਰ ਬੜੀ ਬੁਲੰਦੀ ਤੇ ਸੀ। ਮਹਾਰਾਜ ਨੇ ਉਸ ਪ੍ਰਚਾਰ ਨੂੰ ਠੱਲ ਪਾਈ। ਦੂਜਾ ਵੱਡਾ ਕਾਰਨ ਸੀ ਜਾਤ ਬਰਾਦਰੀ ਦਾ, ਤੇ ਤੀਜਾ ਵੱਡਾ ਕਾਰਨ ਗੁਰੂ ਸਾਹਿਬ ਜੀ ਸ਼ਹੀਦੀ ਵਿੱਚ ਰਿਹਾ ਹੈ ਬੀਰਬਲ ਦਾ, ਜਿਨ੍ਹਾਂ ਦੀਆਂ ਅਸੀਂ ਅਖਬਾਰਾਂ 'ਚ ਕਹਾਣੀਆਂ ਪੜ੍ਹਦੇ ਹਾਂ। ਤੁਹਾਨੂੰ ਯਾਦ ਹੋਏਗਾ ਅਖਬਾਰਾਂ ਦੇ ਵਿੱਚ ਕਹਾਣੀਆਂ ਆਉਂਦੀਆਂ ਨੇ ਅਕਬਰ ਤੇ ਬੀਰਬਲ ਦੀਆਂ, ਜਿਹਦੇ ਵਿੱਚ ਬੀਰਬਲ ਨੂੰ ਬੜਾ ਸਿਆਣਾ ਵਿਖਾਇਆ ਗਿਆ ਹੈ। ਤੁਸੀਂ ਹੈਰਾਨ ਹੋਵੋਗੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਵਿੱਚ ਸਭ ਤੋਂ ਵੱਡਾ ਕਾਰਨ ਨਹੀਂ ਉਸ ਬੀਰਬਲ ਦਾ ਰਿਹਾ ਹੈ, ਜਿਹੜਾ ਸਿਰੇ ਦਾ ਜਾਤ ਅਭਿਮਾਨੀ ਸੀ। ਅੱਜ ਸਾਡੇ ਨਿਆਣਿਆਂ ਨੂੰ ਬੀਰਬਲ ਦਾ ਪਤਾ ਹੈ ਕਿਉਂਕਿ ਅਖਬਾਰ 'ਚ ਕਹਾਣੀਆਂ ਪੜ੍ਹਦੇ ਨੇ, ਪਰ ਉਸ ਭਾਈ ਗੁਰਦਾਸ ਦਾ ਨਹੀਂ ਪਤਾ ਜਿਹੜਾ ਇੱਕ ਵਾਰ ਦੇ ਵਿੱਚ 6 ਉਦਾਹਰਨਾਂ ਦੇ ਕੇ ਸਭੀ ਦੇ ਉਹਦਾ ਤਤਸਰ ਕਰਦਾ ਹੈ। ਅੱਜ ਉਸ ਭਾਈ ਗੁਰਦਾਸ ਨੂੰ ਅਸੀਂ ਭੁੱਲ ਗਏ। ਸੋ ਖੈਰ, ਬੀਰਬਲ ਜਦੋਂ ਇਸ ਭਾਰਤ ਦੇਸ਼ ਵਿੱਚ ਆਇਆ, ਇੱਕ ਰਾਜਸਥਾਨ ਦਾ ਰਾਜਾ ਹੋਇਆ, ਉਹਨੇ ਆਪਣੀ ਲੜਕੀ ਦਾ ਵਿਆਹ ਅਕਬਰ ਦੇ ਨਾਲ ਕੀਤਾ ਸੀ ਤੇ ਦਾਜ ਵਿੱਚ ਬੀਰਬਲ ਅਕਬਰ ਦੇ ਕੋਲ ਆਇਆ ਸੀ। ਜਦੋਂ ਬੀਰਬਲ ਅਕਬਰ ਦੇ ਦਰਬਾਰ ਵਿੱਚ ਰਹਿੰਦਾ ਸੀ, ਸਿਰੇ ਦਾ ਜਾਤ ਅਭਿਮਾਨੀ ਬੰਦਾ ਸੀ ਇਹਨੂੰ ਇਹ ਲੱਗਦਾ ਸੀ ਕਿ ਜੇ ਸਿੱਖੀ ਦਾ ਪ੍ਰਚਾਰ ਇੱਥੇ ਹੋਇਆ ਤੇ ਸਾਡੇ ਮਤ ਦਾ ਪ੍ਰਚਾਰ ਇਸ ਭਾਰਤ ਦੇਸ਼ ਵਿੱਚੋਂ ਘਟ ਜਾਏਗਾ। ਉਹਨੇ ਲਗਾਤਾਰ ਗੁਰੂ ਸਾਹਿਬ ਦੇ ਵਿਰੁੱਧ ਬਿਉਂਤਾਂ ਨੂਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਜਿਹੜੇ 4 ਭਗਤ ਹੋਏ ਨੇ, ਜਿਹੜੇ ਗੁਰੂ ਸਾਹਿਬ ਦੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਪਣੀ ਬਾਣੀ ਦਰਜ ਕਰਨ ਵਾਸਤੇ ਆਏ ਸਨ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ, ਇਹ ਚਾਰੇ ਬੀਰਬਲ ਦੇ ਨਾਲ ਸੰਪਰਕ ਪੈਦਾ ਕਰਦੇ ਨੇ, ਬੀਰਬਲ ਨੂੰ ਮਿਲਦੇ ਨੇ ਕਿ ਕਿਸੇ ਤਰੀਕੇ ਨਾਲ ਇਸ ਮਤ ਨੂੰ ਰੋਕਿਆ ਜਾਏ, ਕਿਸੇ ਤਰੀਕੇ ਨਾਲ ਇਸ ਪ੍ਰਚਾਰ ਨੂੰ ਘਟਾਇਆ ਜਾਏ, ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਸਾਰਾ ਸੀ ਕਿ ਸਾਡੀ ਬਾਣੀ ਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਦਰਜ ਕਿਉਂ ਨਹੀਂ ਕੀਤਾ। ਹੁਣ ਜਿਹੜੀ ਮੈਂ ਬੇਨਤੀ ਸ਼ੁਰੂ ਵਿੱਚ ਕੀਤੀ ਸੀ, ਬਾਣੀ ਸੌਖੀ ਨਹੀਂ ਸਾਡੇ ਤੱਕ ਪਹੁੰਚੀ, ਇਹਦੇ ਵਾਸਤੇ ਸਾਨੂੰ ਬੜੇ ਪੜਾਅ ਤੈਅ ਕਰਨੇ ਪਏ ਨੇ। ਇਹਦੇ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਤਤੀ ਤੇ ਬਹਿਣਾ ਪਿਆ। ਇਹਦੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਪਣਾ ਸੀਸ ਧਾਰਨ ਨਾਲੋਂ ਅਲੱਗ ਕਰਵਾਉਣਾ ਪਿਆ। ਇਹਦੇ ਵਾਸਤੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ। ਇਹਦੇ ਵਾਸਤੇ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕਰਵਾਉਣਾ ਪਿਆ। ਇਹਦੇ ਵਾਸਤੇ ਭਾਈ ਤਾਰੂ ਸਿੰਘ ਜੀ ਨੂੰ ਖੋਪਰ ਲਵਾਉਣਾ ਪਿਆ। ਬੜੇ ਔਖੇ ਪੜਾਵਾਂ ਦੇ ਵਿੱਚੋਂ ਅੱਜ ਸਿੱਖੀ ਸਾਡੇ ਤੱਕ ਪਹੁੰਚੀ ਹੈ, ਜਿਹਦੇ ਵਾਸਤੇ ਬਾਰ-ਬਾਰ ਅਪੀਲ ਕੀਤੀ ਜਾਂਦੀ ਹੈ ਸਾਬਤ ਸੂਰਤ ਹੋਈਏ ਤੇ ਆਪਣੀ ਸਿੱਖੀ ਵਿੱਚ ਵਾਪਸ ਪਰਤੀਏ। ਸੋ ਖੈਰ, ਜਿਹੜਾ ਬੀਰਬਲ ਸੀ ਉਸ ਵਕਤ ਇਹ ਅਕਬਰ ਦਾ ਬਹੁਤ ਵੱਡਾ ਸਲਾਹਕਾਰ ਸੀ। ਇਸ ਨੇ ਇੱਕ ਸਾਜ਼ਿਸ਼ ਲਾਹੌਰ ਦੇ ਦਰਬਾਰ ਵਿੱਚ ਇਹ ਵਿਉਂਤੀ ਵੀ ਕਿਸੇ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਸ ਭਾਰਤ ਦੇਸ਼ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਏ, ਜਾਂ ਇਹਨਾਂ ਦੇ ਫਿਰਕੇ ਨੂੰ ਜਿਹੜਾ ਹੈ ਇਸ ਮਨਫੀ ਕੀਤਾ ਜਾਏ, ਤਾਂ ਕਿ ਅਸੀਂ ਆਪਣੀ ਜਾਤ ਅਭਿਮਾਨੀ ਦੇ ਤਰੀਕੇ ਨੂੰ ਫੇਰ ਤੋਂ ਪੱਕੇ ਪੈਰਾਂ ਸਿਰ ਕਰ ਸਕੀਏ। ਅਕਬਰ ਦੇ ਮਨ ਵਿੱਚ ਲਗਾਤਾਰ ਇਹਨੇ ਨਸੂਆਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ। ਅਚਾਨਕ ਕਸ਼ਮੀਰ ਦੇ ਵਿੱਚ ਇੱਕ ਬਗਾਵਤ ਉੱਠੀ ਤੇ ਉਸ ਬਗਾਵਤ ਵਿੱਚ ਅਕਬਰ ਨੂੰ ਬੀਰਬਲ ਨੂੰ ਭੇਜਿਆ ਗਿਆ। ਜਦੋਂ ਬੀਰਬਲ ਕਸ਼ਮੀਰ ਦੇ ਵਿੱਚ ਗਿਆ, ਤੁਹਾਨੂੰ ਯਾਦ ਹੋਵੇਗਾ ਜਦੋਂ ਅਸੀਂ ਇਤਿਹਾਸ ਪੜ੍ਹੀਏ, ਇਤਿਹਾਸ ਵਿੱਚ 2 ਗੱਲਾਂ ਦਾ ਜ਼ਿਕਰ ਆਉਂਦਾ, ਬੱਬੇ ਤੇ ਖੱਖੇ। ਇਹਨਾਂ ਨੇ ਕਸ਼ਮੀਰ ਦੇ ਵਿੱਚ ਲਗਾਤਾਰ ਇੱਕ ਯੁੱਧ ਸ਼ੁਰੂ ਕਰ ਛੱਡਿਆ। ਇਹਨਾਂ ਦੇ ਕੁੱਲ 22 ਫਿਰਕੇ ਨੇ ਤੇ ਪਹਿਲੀ ਵਾਰ ਇਹਨਾਂ 22 ਫਿਰਕਿਆਂ ਨੂੰ ਇਕੱਠਾ ਕੀਤਾ ਸੀ ਹਰੀ ਸਿੰਘ ਨਲੂਏ ਨੇ, ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਰਨੈਲ ਰਿਹਾ। ਇਹਨਾਂ 22 ਫਿਰਕਿਆਂ ਨੂੰ ਇਕੱਠਿਆਂ ਹਰੀ ਸਿੰਘ ਨਲੂਏ ਨੇ ਕੀਤਾ ਸੀ। ਜਿਹੜਾ ਬੀਰਬਲ ਹੈ ਇਹ ਵੀ ਉਸੇ ਮੁਹਿੰਮ ਤੇ ਗਿਆ ਤੇ ਰਸਤੇ ਵਿੱਚ ਆਉਂਦਾ ਹੋਇਆ ਮਰ ਗਿਆ। ਜਦੋਂ ਇਹਦੀ ਰਸਤੇ ਵਿੱਚ ਆਉਂਦੇ ਹੋਏ ਦੀ ਮੌਤ ਹੋ ਗਈ, ਉਸ ਤੋਂ ਬਾਅਦ ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ, ਇਹਨਾਂ 4 ਬੰਦਿਆਂ ਨੇ ਸਿਰ ਧਰਦੀ ਬਾਜੀ ਲਾ ਦਿੱਤੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦੀ ਤੱਕ ਲੈ ਕੇ ਜਾਇਆ ਜਾਵੇ। ਇੱਕ ਬੇਨਤੀ ਇੱਥੇ ਛੋਟੀ ਜਿਹੀ ਹੋਰ ਕਰਾਂ, ਗੁਰੂ ਸਾਹਿਬ ਜੀ ਨੂੰ ਕਹਿੰਦੇ ਨੇ ਸ਼ਹੀਦਾਂ ਦੇ ਸਰਤਾਜ। ਹੁਣ ਸ਼ਹੀਦ ਤਾਂ ਹੋਰ ਵੀ ਸੰਸਾਰ ਵਿੱਚ ਬੜੇ ਹੋਏ ਨੇ। ਮਨਸੂਰ ਨੂੰ ਵੀ ਸ਼ਹੀਦ ਕਿਹਾ ਜਾਂਦਾ ਹੈ, ਹਜ਼ਰਤ ਮੂਸਾ ਨੂੰ ਵੀ ਸ਼ਹੀਦ ਕਿਹਾ ਜਾਂਦਾ ਹੈ, ਸੁਕਰਾਤ ਨੂੰ ਵੀ ਸ਼ਹੀਦ ਕਿਹਾ ਜਾਂਦਾ, ਜਿਹੜਾ ਜ਼ਹਿਰ ਦਾ ਪਿਆਲਾ ਪੀ ਕੇ ਚੜਾਈ ਕਰ ਗਿਆ ਸੀ। ਬੜੇ ਸ਼ਹੀਦ ਹੋਏ ਨੇ ਇਸ ਭਾਰਤ ਦੇਸ਼ ਵਿੱਚ, ਪਰ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਹੈ?
ਇਹ ਬਹੁਤ ਵੱਡਾ ਸਵਾਲ ਹੈ। ਗੁਰੂ ਸਾਹਿਬ ਜੀ ਨੂੰ ਸ਼ਹੀਦਾਂ ਦੇ ਸਰਤਾਜ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਦੇ ਸਾਹਮਣੇ ਇੱਕ ਜ਼ਿੰਦਗੀ ਦੀ ਆਪਸ਼ਨ ਸੀ, ਇੱਕ ਸ਼ਹੀਦੀ ਦੀ ਆਪਸ਼ਨ ਸੀ। ਪਹਿਲੇ ਜਿੰਨੇ ਵੀ ਸ਼ਹੀਦ ਹੋਏ ਨੇ, ਤੁਸੀਂ ਪੁਰਾਣੇ ਉਹਨਾਂ ਦੇ ਪਿਛੋਕੜ ਵੱਲ ਝਾਤੀ ਮਾਰੇ, ਉਹਨਾਂ ਸਾਹਮਣੇ ਸਿਰਫ ਮੌਤ ਸੀ ਤੇ ਉਹਨਾਂ ਨੇ ਮੌਤ ਨੂੰ ਚੁਣਿਆ। ਪਰ ਗੁਰੂ ਸਾਹਿਬ ਦੇ ਸਾਹਮਣੇ ਇਕੱਲੀ ਮੌਤ ਨਹੀਂ, ਗੁਰੂ ਸਾਹਿਬ ਦੇ ਕੋਲ ਜ਼ਿੰਦਗੀ ਵੀ ਹੈ, ਗੁਰੂ ਸਾਹਿਬ ਦੇ ਕੋਲ ਜੀਵਨ ਵੀ ਹੈ। ਪਰ ਉਹਦੇ ਵਿੱਚੋਂ ਕਿਸ ਚੀਜ਼ ਨੂੰ ਚੁਣਿਆ? ਮੌਤ ਨੂੰ। ਗੁਰੂ ਸਾਹਿਬ ਕਿੱਥੋਂ ਤੱਕ ਪਹੁੰਚੇ ਨੇ? ਸ਼ਹੀਦੀ ਤੱਕ। ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਤਿੰਨ ਉਹਨਾਂ ਨੇ ਆਪਸ਼ਨਾਂ ਰੱਖੀਆਂ ਸਨ, ਜਾਂ ਤੁਸੀਂ ਕਰਾਮਾਤ ਵਿਖਾ ਲਓ, ਜਾਂ ਤੁਸੀਂ ਸ਼ਹੀਦ ਹੋ ਜਾਓ ਤੇ ਜਾਂ ਇਸਲਾਮ ਨੂੰ ਪ੍ਰਵਾਨ ਕਰ ਲਓ। ਤਿੰਨ ਆਪਸ਼ਨਾਂ ਸਨ ਗੁਰੂ ਸਾਹਿਬ ਦੇ ਸਾਹਮਣੇ। ਦੋ ਦੇ ਵਿੱਚ ਜ਼ਿੰਦਗੀ ਸੀ, ਇੱਕ ਦੇ ਵਿੱਚ ਸ਼ਹੀਦੀ ਸੀ। ਗੁਰੂ ਸਾਹਿਬ ਨੇ ਕਿਸ ਚੀਜ਼ ਨੂੰ ਚੁਣਿਆ? ਸ਼ਹੀਦੀ ਨੂੰ। ਸ਼ਹੀਦਾਂ ਦੇ ਸਰਤਾਜ ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਾਹਮਣੇ ਆਪਸ਼ਨਾਂ ਸਨ। ਉਹਨਾਂ ਨੇ ਜ਼ਿੰਦਗੀ ਨੂੰ ਨਹੀਂ ਚੁਣਿਆ, ਉਹਨਾਂ ਨੇ ਸ਼ਹੀਦੀ ਨੂੰ ਚੁਣਿਆ। ਇਹ ਬੜੀ ਵੱਡੀ ਰਹਿਮਤ ਹੈ ਗੁਰੂ ਸਾਹਿਬ ਜੀ ਦੀ। ਜਿਹੜਾ ਮੈਂ ਹਵਾ ਵਾਲਾ ਬੰਦਾ ਆਪਣੇ ਨਾਲ ਸਾਂਝਾ ਕੀਤਾ, ਮਹਾਰਾਜ ਕਹਿੰਦੇ ਨੇ ਇਹ ਪਿਓ ਦਾਦੇ ਦਾ ਖਜ਼ਾਨਾ ਹੈ। ਖਜ਼ਾਨਾ ਕਿਹੜਾ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਇਸ ਪਿਓ ਦਾਦੇ ਦੇ ਖਜ਼ਾਨੇ ਨੂੰ ਅਸੀਂ ਵੇਖਣਾ ਹੈ, ਇਸ ਪਿਓ ਦਾਦੇ ਦੇ ਖਜ਼ਾਨੇ ਨੂੰ ਅਸੀਂ ਸੰਭਾਲਣਾ ਹੈ। ਇਸ ਪਿਓ ਦਾਦੇ ਦੇ ਖਜ਼ਾਨੇ ਨੂੰ ਵੇਖ ਕੇ ਸੰਭਾਲ ਕੇ ਅਸੀਂ ਉਸ ਪੜਾਅ ਤੱਕ ਪਹੁੰਚਣਾ ਹੈ ਜਿੱਥੋਂ ਤੱਕ ਸਾਨੂੰ ਗੁਰੂ ਸਾਹਿਬ ਲੈ ਕੇ ਜਾਣਾ ਚਾਹੁੰਦੇ ਸਨ। ਜਿਹੜੀ ਉਹ ਅਵਸਥਾ ਹੈ ਜਿਹਦੇ ਵਿੱਚ ਨਾ ਛਾਲ ਹੈ, ਨਾ ਕਪਟ ਹੈ, ਨਾ ਮੋਹ ਹੈ, ਨਾ ਤ੍ਰਿਸ਼ਨਾ ਹੈ, ਕੋਈ ਵੀ ਭੈੜਾ ਗੁਣ ਉਹਦੇ ਵਿੱਚ ਨਹੀਂ। ਅਸੀਂ ਵੀ ਇੱਥੋਂ ਤੱਕ ਪਹੁੰਚਣਾ ਹੈ। ਜਿਹੜੇ ਅਸੀਂ ਨਿੱਕੇ ਨਿੱਕੇ ਸਮਾਗਮ ਕਰਦੇ ਹਾਂ, ਇਹਨਾਂ ਦਾ ਮਤਲਬ ਇਹ ਹੁੰਦਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਗੁਰੂ ਨਾਲ ਜੁੜ ਸਕੀਏ। ਇਹ ਵੈਸੇ ਸਾਰਿਆਂ ਦਾ ਬੜਾ ਵਧੀਆ ਉਪਰਾਲਾ ਹੈ, ਇਸ ਗੱਲੋਂ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ ਵੀ ਇੰਨੇ ਸਤਸੰਗੀ ਨਾਲ ਜੁੜ ਕੇ ਤੇ ਬੈਠ ਕੇ ਗੁਰੂ ਵਾਲੀ ਵਿਚਾਰ ਜਿਹੜੀ ਹੈ ਉਹ ਸ਼ਰਵਣ ਕਰਦੇ ਆ। ਜੇ ਇਸ ਉਪਰਾਲੇ ਦੇ ਵਿੱਚੋਂ ਇੱਕ ਅੱਧਾ ਪ੍ਰਾਣੀ ਵੀ ਆਪਣੇ ਮਨ ਵਿੱਚੋਂ ਔਗਣਾਂ ਨੂੰ ਛੱਡ ਕੇ ਗੁਰੂ ਵਾਲੇ ਰਾਹ ਤੇ ਤੁਰ ਪਵੇ ਤੇ ਸਮਝੋ ਸਾਡੇ ਸਾਰੇ ਕੀਤੇ ਹੋਏ ਜਿਹੜੇ ਯਤਨ ਸਫਲ ਹੋ ਜਾਣਗੇ। ਜੇ ਇਸ ਉਪਰਾਲੇ ਦੇ ਵਿੱਚੋਂ ਕਿਤੇ ਇੱਕ ਅੱਧੀ ਵੀ ਗੁਰੂ ਵਾਲੀ ਲਾਗ ਸਾਨੂੰ ਲੱਗ ਜਾਵੇ ਨਾ, ਸਮਝੋ ਸਾਡੇ ਸਾਰਿਆਂ ਦੇ ਯਤਨ ਸਫਲ ਹੋ ਜਾਣਗੇ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਹਮ ਤਨਵੰਤ ਭਾਗੜ ਸੱਚ ਨਾਏ ਹਰ ਗੁਣ ਗਾਵੇ ਸਹਿਜ ਪਾਏ, ਜਿਹੜੇ ਇਸ ਖਜ਼ਾਨੇ ਨੂੰ ਮਾਣਦੇ ਨੇ ਉਹ ਬੜੇ ਧੰਨਵਾਨ ਹੋ ਜਾਂਦੇ ਨੇ, ਉਹ ਬੜੇ ਭਾਗਾਂ ਵਾਲੇ ਹੋ ਜਾਂਦੇ ਨੇ। ਉਹਨਾਂ ਦਾ ਜੀਵਨ ਅੰਦਰੋਂ ਬੜਾ ਉੱਚਾ ਤੇ ਸੁੱਚਾ ਬਣ ਜਾਂਦਾ। ਉਹ ਉਸ ਅਵਸਥਾ ਤੱਕ ਪਹੁੰਚ ਜਾਂਦੇ ਨੇ ਜਿੱਥੇ ਭੈੜੇ ਔਗਣ ਅਤੇ ਭੈੜੀਆਂ ਆਦਤਾਂ ਜੀਵਨ ਵਿੱਚੋਂ ਸਦਾ ਵਾਸਤੇ ਜਿਹੜੀਆਂ ਨੇ ਉਹ ਛੁੱਟ ਜਾਂਦੀਆਂ ਨੇ। ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਇੱਥੇ ਸਮਾਪਤੀ ਕਰਦਾ ਹਾਂ। ਅੰਤ ਵਿੱਚ ਸਾਰੇ ਗਵਾਹ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸੇਤੀ ਮਨ ਵਜੀਆਂ ਬਤਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਜਾਵੜੇ ਆਈਆਂ, ਸ਼ਬਦੋ ਨਾ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਸਾਜੇ ਸਾਹਿਬਾ ਕਿਆ ਨਹੀਂ ਕਰਤੇ ਹੈ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਦਾਰੂ। ਸਾਧ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਅਰਸ਼ਾਤ ਸੁਖ ਮਣਿਆ ਰਸਿਆ, ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਨੇ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪਿਆ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਨਿਤ ਕਰਤਾਰਿਆ। ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਹੋਆ ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗਿਓ। ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ
ਤੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਪੂਰੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਨਾਨਕ ਗੁਰ ਚਰਨ ਲਾਗੇ ਵਾਜੇ ਆਨੰਦ ਪੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ